ਭੀਮ ਜੈ ਭਾਰਤ। ਯੂਰਪ यूके ਅਤੇ ਦੂਸਰੇ ਦੇਸ਼ਾਂ ਵਿੱਚ ਲੋਟਸ ਟੈਲੀਵਿਜ਼ਨ ਨੂੰ ਦੇਖ ਰਹੇ ਦਰਸ਼ਕਾਂ ਦਾ ਡਾਕਟਰ ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟਨ ਵੱਲੋਂ ਸਥਾਪਿਤ ਕੀਤੀ ਬੁੱਧਿਸਟ ਇੰਟਰਨੈਸ਼ਨਲ ਮੀਡੀਆ ਵੱਲੋਂ ਆਪ ਜੀ ਦਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦੀ ਸੇਵਾ ਮਦਨ ਲਾਲ ਸਰੋਏ ਜੀ ਲੰਡਨ ਤੋਂ ਆਪਣੇ 80ਵੇਂ ਜਨਮਦਿਨ ਦੇ ਸੰਦਰਭ ਵਿੱਚ ਜੋ 15 ਜਨਵਰੀ ਨੂੰ ਸਨ ਕਰਵਾ ਰਹੇ ਹਨ। ਮਦਨ ਲਾਲ ਸਰੋਏ ਜੀ ਅਤੇ ਉਹਨਾਂ ਦੀ ਸੰਗਣੀ ਸੁਰਿੰਦਰ ਕੁਮਾਰੀ ਸਰੋਏ ਜੋ 2 ਸਾਲ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਸਨ। ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਤਥਾਗਤ ਬੁੱਧ ਜੀ ਦੇ ਸੱਚੇ ਉਪਾਸਕ ਹਨ। ਦਾਨ ਪੁੰਨ ਕਰਨ ਵਾਸਤੇ ਬੜੀ ਖੁੱਲ੍ਹਦਿਲੀ ਨਾਲ ਸਮਾਜ ਦੀ ਸੇਵਾ ਕਰਦੇ ਹਨ। ਤਲਵਣ ਦੇ ਬੁੱਧ ਵਿਹਾਰ ਵਿੱਚ 2 ਲੱਖ ਰੁਪਏ ਦੀ ਲਾਗਤ ਨਾਲ ਇੰਟਰਲੋਕਿੰਗ ਕਰਵਾ ਕੇ ਦਿੱਤੀ। ਉਸ ਬੁੱਧ ਵਿਹਾਰ ਵਿੱਚ ਜੋ ਭਿਕਸ਼ੂ ਹਨ ਉਹਨਾਂ ਦੀ ਮੇਨਟੇਨੈਂਸ ਦਾ ਖਰਚਾ ਹਰ ਮਹੀਨੇ ਭੇਜਦੇ ਹਨ। ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹਨਾਂ ਨੇ ਬਾਬਾ ਸਾਹਿਬ ਜੀ ਦਾ ਸਟੈਚੂ ਲਵਾਇਆ ਹੈ ਅਤੇ 2 ਟੀਚਰਾਂ ਦੀ ਤਨਖਾਹ ਹਰ ਮਹੀਨੇ ਦਿੰਦੇ ਹਨ। ਤਲਵਣ ਵਿੱਚ ਆਪਣੀ ਸੰਗਣੀ ਸੁਰਿੰਦਰ ਕੁਮਾਰੀ ਸਰੋਏ ਦੀ ਯਾਦ ਵਿੱਚ ਸਿਲਾਈ ਸੈਂਟਰ ਖੋਲ੍ਹਿਆ ਹੋਇਆ ਹੈ। ਟੀਚਰ ਦੀ ਤਨਖਾਹ ਦੇ ਨਾਲ ਬੱਚਿਆਂ ਦੀ ਸਹਾਇਤਾ ਵਾਸਤੇ ਇੱਕ ਹੋਰ ਹੈਲਪਰ ਤਨਖਾਹ ਵੀ ਪੇ ਕਰਦੇ ਹਨ। ਅਪਰੇ ਅਤੇ ਤਖਾਣ ਮੁਜਾਰੇ ਵੀ ਸਿਲਾਈ ਸੈਂਟਰ ਖੋਲ੍ਹ ਕੇ ਦਿੱਤੇ ਹੋਏ ਹਨ। ਇੱਕ ਗਰੀਬ ਪਰਿਵਾਰ ਦੇ ਨੇ ਵਿਆਜੀ ਪੈਸਾ ਲੈ ਕੇ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਨੂੰ ਵਿਆਜ ਦਾ 800-900 ਰੁਪਇਆ ਮਹੀਨੇ ਦਾ ਦੇਣਾ ਪੈਂਦਾ ਸੀ। ਉਸ ਦਾ ਕਰਜ਼ਾ ਕਲੀਅਰ ਕਰਵਾ ਕੇ ਉਸ ਨੂੰ ਸੁਰਖਰੂ ਕਰਵਾਇਆ। ਤਲਵਣ ਪਿੰਡ ਦੇ ਗਰੀਬ ਲੋਕਾਂ ਦੀ ਡਾਕਟਰੀ ਸਹਾਇਤਾ ਵਾਸਤੇ ਇੱਕ ਡਾਕਟਰ ਨਾਲ ਕੰਟਰੈਕਟ ਕੀਤਾ ਹੋਇਆ ਹੈ ਕਿ ਕੋਈ ਵੀ ਲੋੜਵੰਦ ਉਸ ਪਾਸ ਜਾਵੇ। ਉਸ ਦੀ ਫੀਸ ਅਤੇ ਦਵਾਈ ਦਾ ਖਰਚਾ ਸਰੋਏ ਸਾਹਿਬ ਪੇ ਕਰਦੇ ਹਨ। ਲੋਟਸ ਟੀਵੀ ਦੀ ਖੁੱਲ੍ਹ ਕੇ ਮਦਦ ਕਰਦੇ ਆ ਰਹੇ ਹਨ। ਕਾਸ਼ ਇਸ ਤਰ੍ਹਾਂ ਹੀ ਸਾਡੇ ਸਮਾਜ ਦੇ ਸਾਰੇ NRI ਭਰਾਵਾਂ ਵਿੱਚ ਸਮਾਜ ਸੇਵਾ ਦੀ ਭਾਵਨਾ ਪੇ ਬੈਕ ਟੂ ਦਾ ਸੁਸਾਇਟੀ ਪੈਦਾ ਹੋ ਜਾਵੇ। ਅਸੀਂ ਬੁੱਧ ਧੰਮ ਅਤੇ ਸੰਘ ਦੀ ਅਨੁਕੰਪਾ ਨਾਲ ਇਸ ਪਰਿਵਾਰ ਦੇ ਸੁਖੀ ਅਤੇ ਨਿਰੋਗੀ ਹੋਣ ਦੀ ਕਾਮਨਾ ਕਰਦੇ ਹਾਂ। ਪ੍ਰਬੋਧ ਚੌਹਾਨ ਅਤੇ ਅਨੀਤਾ ਚੌਹਾਨ ਦੇ ਪੁੱਤਰ ਸੁਨੀਲ ਚੌਹਾਨ ਦੇ ਅੱਜ ਬਰਥਡੇ ਹਨ। ਇਸ ਖੁਸ਼ੀ ਵਿੱਚ ਉਹ ਲੋਟਸ ਟੈਲੀਵਿਜ਼ਨ ਨੂੰ 50 ਪਾਉਂਡ ਦਾਨ ਕਰਦੇ ਹਨ। ਭਾਰਤ ਦੇ ਮਹਾਨ ਸਪੂਤ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਵੀ ਅੱਜ ਜਨਮ ਦਿਵਸ ਹੈ। ਉਹਨਾਂ ਦੇ ਜਨਮ ਦਿਨ ਦੀਆਂ ਅਸੀਂ ਸਭ ਨੂੰ ਵਧਾਈਆਂ ਪੇਸ਼ ਕਰਦੇ ਹਾਂ। ਭਾਰਤ ਦਾ ਸੰਵਿਧਾਨ ਲਾਗੂ ਹੋਣ ਨਾਲ ਲੋਕਾਂ ਦਾ ਰਾਜ ਹੋ ਗਿਆ। ਪਹਿਲਾਂ ਰਾਜੇ ਰਾਣੀ ਦੇ ਪੇਟ ਚੋਂ ਪੈਦਾ ਹੋਇਆ ਕਰਦੇ ਸਨ। ਸੰਵਿਧਾਨ ਨੇ ਨਸਬੰਦੀ ਕਰਕੇ ਰਾਜੇ ਵੋਟਾਂ ਦੀ ਪੇਟੀ ਚੋਂ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਦੀ ਚਾਬੀ ਤੁਹਾਡੇ ਹੱਥ ਫੜਾ ਦਿੱਤੀ ਕਿ ਆਪਣੀ ਮਰਜ਼ੀ ਦਾ ਜਿਸ ਤਰ੍ਹਾਂ ਦਾ ਤੁਹਾਨੂੰ ਰਾਜਾ ਚਾਹੀਦਾ ਹੈ ਪੈਦਾ ਕਰ ਲਵੋ। ਅਗਰ ਗਲਤੀ ਨਾਲ ਰਾਜਾ ਗਲਤ ਪੈਦਾ ਹੋ ਗਿਆ 5 ਸਾਲ ਬਾਅਦ ਉਸ ਨੂੰ ਬਦਲ ਕੇ ਆਪਣੀ ਮਰਜ਼ੀ ਦਾ ਹੋਰ ਰਾਜਾ ਤੁਸੀਂ ਬਣਾ ਸਕਦੇ ਹੋ। ਭਾਰਤ ਦਾ ਗਣਤੰਤਰ ਦਿਵਸ ਰਿਪਬਲਿਕ ਡੇ 26 ਜਨਵਰੀ 1950 ਜੋ ਕਿ ਬੁੱਧਵਾਰ ਨੂੰ ਆ ਰਿਹਾ ਹੈ। 1818 ਤੋਂ ਲੈ ਕੇ 1950 ਤੱਕ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਗਣਤੰਤਰ ਦੇਸ਼ ਬਣਨ ਦੀ ਦਾਸਤਾਨ ਤੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ। ਇਸ ਚਰਚਾ ਵਿੱਚ ਹਿੱਸਾ ਲੈਣ ਲਈ ਮੇਰਾ ਸਾਥ ਦੇ ਰਹੇ ਹਨ ਤੇਜ ਬੁੱਧੀ ਦੇ ਮਾਲਕ, ਗਿਆਨ ਨਾਲ ਭਰਪੂਰ, ਜਿਨ੍ਹਾਂ ਨੂੰ ਚੱਲਦਾ ਫਿਰਦਾ ਸਾਈਕਲੋਪੀਡੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੇਰੀ ਮੁਰਾਦ ਹੈ ਫਕੀਰ ਚੰਦ ਚੌਹਾਨ ਜੀ। ਚੌਹਾਨ ਸਾਹਿਬ ਲੋਟਸ ਟੈਲੀਵਿਜ਼ਨ ਦੇ ਸਟੂਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਨਮੋ ਬੁੱਧ, ਜੈ ਭੀਮ, ਜੈ ਭਾਰਤ।
जिस तरह के मैंने कहा है कि ये जो जो गणतंत्र दिवस है, ਅਸੀਂ ਇਸ ਨੂੰ ਸਾਰੇ ਨੂੰ 1818 ਤੋਂ ਲੈ ਕੇ ਅੱਜ ਤੱਕ ਕਰਨਾ ਹੈ। ਇਸ ਲਈ ਅਸੀਂ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੈ। ਅੱਜ ਦੇ ਹਿੱਸੇ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ 1818 ਤੋਂ ਲੈ ਕੇ 26 ਜਨਵਰੀ 1950 ਤੱਕ ਡਿਸਕਸ਼ਨ ਕਰਨੀ ਹੈ। 1818 ਵਿੱਚ ਇੰਡੀਆ ਦੀ ਸਥਿਤੀ ਕਿਹੋ ਜਿਹੀ ਸੀ, ਇਹਦੇ ਤੇ ਸੰਖੇਪ ਨਾਲ ਜਾਣਨਾ ਪਾਓਗੇ? ਭਾਰਤ ਅਸ਼ੋਕ ਦੇ ਜ਼ਮਾਨੇ ਦੇ ਵਿੱਚ ਇੱਕ ਮਹਾਨ ਦੇਸ਼ ਸੀ, ਬਹੁਤ ਵੱਡਾ ਦੇਸ਼ ਸੀ ਜੀ। ਪਰ ਬ੍ਰਾਹਮਣਵਾਦੀ ਅਵਸਥਾ ਨੇ ਉਸ ਨੂੰ ਇੰਨਾ ਕਮਜ਼ੋਰ ਕੀਤਾ, ਉੱਥੇ ਮੁਗਲ ਵੀ ਆਏ, ਹੋਰ ਵੀ ਹਮਲਾਵਰ ਆਏ ਜੀ। ਪਰ 1757 ਦੇ ਵਿੱਚ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਉੱਥੇ ਗਏ ਜੀ ਔਰ ਉਹਨਾਂ ਤੋਂ ਪਹਿਲਾਂ ਫਰਾਂਸੀਸੀ ਗਏ, ਜੀ ਉਨੀ ਪੁਡੁਚੇਰੀ ਤੇ ਕਬਜ਼ਾ ਕਰ ਲਿਆ। ਜੀ ਪੁਰਤਗਾਲੀ ਗਏ, ਉਨੀ ਗੋਆ ਤੇ ਕਬਜ਼ਾ ਕਰ ਲਿਆ। ਜੀ ਪਰ ਈਸਟ ਇੰਡੀਆ ਕੰਪਨੀ ਨੇ 1757 ਤੋਂ ਪਹਿਲੀ ਜਿੱਤ ਬੰਗਾਲ ਤੋਂ ਜਿੱਤ ਕੀਤੀ ਸੀ। ਜੀ ਫਿਰ ਉਹ ਲਗਾਤਾਰ ਜਿੱਤਾਂ ਕਰਦੇ ਰਹੇ। ਜੀ ਪਰ 1818 ਦੀ ਇੱਕ ਮਹਾਨ ਘਟਨਾ ਹੈ ਕਿ ਜਿਹੜਾ ਪੂਨਾ ਦਾ ਰਾਜਾ ਸੀ ਉਹ ਮਨੂਵਾਦੀ, ਕੱਟੜ ਮਨੂਵਾਦੀ ਰਾਜਾ ਸੀ। ਜੀ ਉਹਦੀ ਜਿਹੜੀ ਉਹ ਮੰਨਦਾ ਨਹੀਂ ਸੀ ਉਹ, ਕਿਉਂਕਿ ਉਹ ਚਾਹੁੰਦਾ ਸੀ ਵੀ ਮੇਰਾ ਜਿਹੜਾ ਰਾਜ ਆ ਬਹੁਤ ਵਧੀਆ ਮਨੂ ਸਮ੍ਰਿਤੀ ਅਨੁਸਾਰ ਚੱਲ ਰਿਹਾ ਹੈ। ਜੀ ਪਰ ਉਹਦੇ ਨੂੰ ਫਿਰ ਲੜਨਾ ਪਿਆ। ਜੀ ਉਹ ਜਾਣੀ ਲੜਾਈ ਭੀਮਾ ਕੋਰੇਗਾਂਵ ਦੀ ਲੜਾਈ ਜਿਹੜੀ 1 ਜਨਵਰੀ 1818 ਨੂੰ ਹੋਈ। ਜੀ 500 ਮਹਾਰ ਰੈਜੀਮੈਂਟ ਨੇ ਉਹਦੀ 28,000 ਫੌਜ ਨੂੰ ਹਰਾ ਕੇ ਉਹ ਫਤਿਹ ਪ੍ਰਾਪਤ ਕੀਤੀ। ਜੀ ਇਸ ਕਰਕੇ ਜਿਹੜਾ ਮਤਲਬ 1818 ਦੀ ਵਿਸ਼ੇਸ਼ ਮਹੱਤਤਾ ਹੈ। ਔਰ ਉਸ ਵੇਲੇ ਦਾ ਜਿਹੜਾ ਭਾਰਤ ਸੀ ਜ਼ਿਆਦਾ ਇਹਨਾਂ ਤਿੰਨ ਮਤਲਬ ਈਸਟ ਇੰਡੀਆ ਕੰਪਨੀ ਦੇ ਅੰਡਰ ਵੀ ਆ ਚੁੱਕਾ ਸੀ, ਪਰ ਵੱਡਾ ਰਾਜ ਜਿਹੜਾ ਪੰਜਾਬ ਦਾ ਸੀ ਜੀ ਉੱਥੇ ਵੱਖਰਾ ਰਾਜ ਸੀ ਜੀ। ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਜੀ। ਪਰ ਹਾਂ, ਇਸ ਸਥਿਤੀ ਵਾਸਤੇ ਕਿਹੜੀ ਵਿਵਸਥਾ ਜ਼ਿੰਮੇਵਾਰੀ ਹੈ? ਦੇਖੋ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਕਿਸੇ ਵੀ ਦੇਸ਼ ਦੀ ਜਿਹੜੀ ਵਿਵਸਥਾ ਹੁੰਦੀ ਹੈ, ਜੇ ਉਹ ਵਿਵਸਥਾ ਬਰਾਬਰੀ ਦੇ ਆਧਾਰਿਤ ਹੋਵੇ ਜੀ ਤਾਂ ਉਹ ਦੇਸ਼ ਕਦੇ ਗੁਲਾਮ ਨਹੀਂ ਹੁੰਦਾ। ਜੀ ਕਿਉਂਕਿ ਭਾਰਤ ਦੀ ਜਿਹੜੀ ਵਿਵਸਥਾ ਬ੍ਰਾਹਮਣਵਾਦੀ ਹੈ ਉਹਦੇ ਵਿੱਚ ਜਿਹੜਾ ਰੱਖਿਆ ਦਾ ਕੰਮ ਸਿਰਫ ਕਸ਼ਤਰੀਆਂ ਨੂੰ ਦਿੱਤਾ ਗਿਆ। ਜੀ ਜੇ ਹੁਣ ਕਸ਼ਤਰੀ ਲੜ ਕੇ ਮਰ ਗਏ ਤਾਂ ਮੁਲਕ ਤਾਂ ਗੁਲਾਮ ਹੀ ਹੋਣਾ, ਜੀ ਕਿਉਂਕਿ ਫੌਜ ਵਿੱਚ ਸਾਰਿਆਂ ਨੂੰ ਭਰਤੀ ਹੋਣਾ ਚਾਹੀਦਾ। ਇਸ ਕਰਕੇ ਜਿਹੜੀ ਮਤਲਬ ਇਹ ਵਣ ਵਿਵਸਥਾ ਸੀ ਬਈ ਬ੍ਰਾਹਮਣ ਵਿੱਦਿਆ ਦਾ ਕੰਮ ਕਰਨਗੇ, ਕਸ਼ਤਰੀ ਫੌਜ ਦਾ ਕਰਨੇ ਸੀ, ਇਸ ਦੇ ਨਾਲ ਜਾਣੀ ਮੁਲਕ ਗੁਲਾਮ ਹੋ ਗਿਆ ਔਰ ਲਗਾਤਾਰ ਗੁਲਾਮ ਹੁੰਦਾ ਰਿਹਾ। ਹਾਂਜੀ 1818 ਦੀ ਸਥਿਤੀ ਵਿੱਚ ਕਿਹੜੀ ਕ੍ਰਾਂਤੀ ਆਈ? ਦੇਖੋ 1818 ਦੇ ਵਿੱਚ ਜਿਹੜੀ ਵੱਡੀ ਕ੍ਰਾਂਤੀ ਇਹ ਆਈ ਕਿ ਉਸ ਵੇਲੇ ਜਿਹੜਾ ਭੀਮਾ ਕੋਰੇਗਾਂਵ ਦੀ ਜਿਹੜੀ ਜਿੱਤ ਪ੍ਰਾਪਤ ਹੋਈ, ਜੀ ਕਿਉਂਕਿ ਉਹਨੇ ਮਤਲਬ ਇਹ ਜਿਹੜੇ ਜਿਨ੍ਹਾਂ ਨੂੰ ਦਬਾਇਆ ਗਿਆ ਸੀ ਜੀ ਉਹਨਾਂ ਦਾ ਮਨੋਬਲ ਉੱਚਾ ਕੀਤਾ। ਜੀ ਉਹਨੇ ਕਿਹਾ ਵੀ ਇਹ ਤਾਂ ਬਹਾਦਰ ਲੋਕ ਹਨ, ਜੀ ਵੀ 500 ਦੀ ਰੈਜੀਮੈਂਟ ਨੇ 28,000 ਨੂੰ ਹਰਾ ਦਿੱਤਾ। ਜੀ ਫਿਰ ਉਹ ਲੋਕ ਪੜ੍ਹਨ ਲੱਗੇ, ਜੀ ਕਿਉਂਕਿ ਜਦ ਵਿੱਦਿਆ ਆਉਂਦੀ ਆ ਫਿਰ ਗਿਆਨ ਆਉਂਦਾ। ਜੀ ਯਾਨੀ ਉਹ ਲੋਕ ਪੜ੍ਹਨ ਲੱਗੇ ਔਰ ਇੱਕ ਯਾਨੀ ਕਲਚਰਲ ਰਿਵੋਲਟ ਦੀ ਸ਼ੁਰੂਆਤ ਹੋ ਗਈ। ਹਾਂਜੀ ਇਹ ਸਮਾਜਿਕ, ਸੰਸਕ੍ਰਿਤਿਕ, ਕਲਚਰਲ 1848 ਤੱਕ ਕਿਵੇਂ ਅੱਗੇ ਵਧੀ? ਕਿਉਂਕਿ ਇਹਦੇ ਵਿੱਚ ਬਹੁਤ ਥੀਸਿਸ ਲਿਖੇ ਗਏ ਹਨ। ਜਿਹੜੀ ਇੱਕ ਅਮਰੀਕਨ ਮਹਿਲਾ ਇੰਡੀਆ ਦੇ ਵਿੱਚ ਹੁਣ ਰਹਿੰਦੀ ਹੈ, ਗੇਲ ਓਮਵੇਟ, ਜੀ ਉਹਨੇ ਜਾਣੀ ਕਲਚਰਲ ਰਿਵੋਲਟ ਇਨ ਕਲੋਨੀਅਲ ਇੰਡੀਆ ਲਿਖ ਕੇ PhD ਕੀਤੀ ਹੈ। ਜੀ ਉਹਦੇ ਵਿੱਚ ਉਹਨੇ ਲਿਖਿਆ ਕਿ ਜਿਹੜੀ ਇਹ ਰਿਵੋਲਟ ਦੀ ਸ਼ੁਰੂਆਤ ਜੋਤੀਬਾ ਫੂਲੇ ਨੇ ਕੀਤੀ, ਜੀ ਕਿਉਂਕਿ ਉਹਨਾਂ ਦਾ 1827 ਦੇ ਵਿੱਚ ਜਨਮ ਹੋਇਆ ਸੀ ਔਰ ਉਹ ਮਾਲੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਸਨ। ਜੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਪੜ੍ਹਨ ਸਕੂਲੇ ਲਾਇਆ ਸੀ, ਜੀ ਉਹਨੂੰ ਸਕੂਲੋਂ ਕੱਢ ਦਿੱਤਾ ਗਿਆ, ਜੀ ਇਸ ਕਰਕੇ ਵੀ ਉਹ ਸ਼ੁੱਧ ਰਿਹਾ। ਜੀ ਉਹ ਜਾਣੀ ਬਹੁਤ ਹੈਰਾਨ ਸੀ ਕਿ ਮੈਂ ਤਾਂ ਪੜ੍ਹਨਾ ਚਾਹੁੰਦਾ। ਫਿਰ ਉਹ ਤੰਗ ਹੋ ਕੇ ਜਾਣੀ ਉਹ ਖੁਦਕੁਸ਼ੀ ਕਰਨ ਲੱਗਾ ਸੀ। ਜੀ ਇਹ ਭੀਮਾ ਕੋਰੇਗਾਂਵ ਦਾ ਜਿਹੜਾ ਸਮਾਰਕ ਬਣਿਆ ਸੀ ਉੱਥੇ ਜਦ ਉਹਨੂੰ ਦੇਖਿਆ ਤਾਂ ਉਹਦਾ ਹੌਸਲਾ ਬੁਲੰਦ ਹੋਇਆ, ਜੀ ਉਹ ਵਾਪਸ ਆ ਗਿਆ। ਜੀ ਉਹਨੇ ਕਿਹਾ ਵੀ ਮੈਂ ਬੁਜ਼ਦਿਲੀ ਨਹੀਂ ਕਰਨੀ, ਮੈਂ ਸੰਘਰਸ਼ ਕਰਾਂਗਾ। ਜੀ ਔਰ ਉਹ ਜਿਸ ਵੇਲੇ ਦੁਕਾਨ 'ਚ ਕੰਮ ਕਰਦਾ ਸੀ ਤਾਂ ਦੋ ਉੱਥੇ ਆਏ, ਪਾਦਰੀ, ਹਾਂ ਪਾਦਰੀ, ਇੱਕ ਕ੍ਰਿਸਚੀਅਨ ਸੀ ਤੇ ਇੱਕ ਮੁਸਲਮਾਨ ਮੁਨਸ਼ੀ ਸੀ। ਜੀ
ਉਹਨੇ ਉਹਨੂੰ ਕਿਹਾ ਵੀ ਜੋਤੀ ਸਕੂਲੇ ਕਿਉਂ ਨਹੀਂ ਗਿਆ। ਜੀ ਉਹਦੇ ਬਾਪ ਨੇ ਦੱਸਿਆ, ਉਹਨੇ ਕਿਹਾ ਵੀ ਅਸੀਂ ਇਹਨੂੰ ਪੜ੍ਹਾਵਾਂਗੇ। ਜੀ ਉਹਨੇ ਉਹਨੂੰ ਪੜ੍ਹਾਇਆ ਜੀ ਔਰ ਉਹ ਜਾਣੀ ਪੂਨੇ ਦੇ ਸਭ ਤੋਂ ਵੱਧ ਪੜ੍ਹੇ ਹੋਏ ਵਿਅਕਤੀ ਬਣੇ। ਜੀ ਫਿਰ ਉਹਨਾਂ ਦੀ ਸਾਦੀ ਸਵਿਤਰੀ ਬਾਈ ਫੂਲੇ ਨਾਲ ਹੋਈ, ਜੀ ਉਹਨੂੰ ਵੀ ਉਹਨੇ ਪੜ੍ਹਾਇਆ ਜੀ ਔਰ ਉਹ ਵੀ ਉਹਨੇ ਫਿਰ ਜਾਣੀ ਪਰਨ ਕੀਤਾ ਕਿ ਅਸੀਂ ਹੁਣ ਪੜ੍ਹ ਕੇ ਦੂਸਰਿਆਂ ਨੂੰ ਪੜ੍ਹਾਵਾਂਗੇ। ਜੀ ਜਾਣੀ ਉਹਨੇ 1 ਜਨਵਰੀ 1848 ਨੂੰ ਬਹੁਤ ਅੜਚਨਾਂ ਦੇ ਬਾਵਜੂਦ ਪਹਿਲਾ ਸਕੂਲ ਖੋਲ੍ਹਿਆ। ਜੀ ਇਸ ਕ੍ਰਾਂਤੀ ਦੇ ਮਹਾਨਾਇਕ 1902 ਤੱਕ ਕਿਵੇਂ ਸਫਲ ਹੋਏ? ਦੇਖੋ, ਜਿਸ ਤਰ੍ਹਾਂ ਜੋਤੀਬਾ ਫੂਲੇ ਤੇ ਸਵਿਤਰੀ ਬਾਈ ਫੂਲੇ ਸਕੂਲ ਖੋਲ੍ਹਣ ਦੇ ਵਿੱਚ ਸਫਲ ਹੋ ਗਏ ਜੀ ਔਰ ਲੜਕੀਆਂ ਵੀ ਪੜ੍ਹਨ ਲੱਗ ਪਈਆਂ, ਜੀ ਕਿਉਂਕਿ ਸਾਰੀਆਂ ਲੜਕੀਆਂ ਨੂੰ ਮਨਾਹੀ ਸੀ ਬਈ ਉਹ ਸ਼ੂਦਰ ਹੈ। ਜੀ ਫਿਰ ਦੇਖੋ ਜਿੰਨੇ ਮਹਾਰ ਸੀਗੇ ਹੋਰ ਸੀ, ਸਾਰਿਆਂ ਦੇ ਹੌਸਲੇ ਬੁਲੰਦ ਹੋ ਗਏ, ਉਹ ਪੜ੍ਹਨ ਲੱਗ ਪਏ। ਜੀ ਫਿਰ ਉਹਨਾਂ ਨੂੰ ਰਾਜੇ ਬਹੁਤ ਸਪੋਰਟ ਲੱਗ ਪਏ ਕਰ, ਜੀ ਜਿੱਦਾਂ ਬੜੌਦਾ ਦਾ ਰਾਜਾ ਸੀ, ਕੋਲਾਪੁਰ ਦਾ ਸ਼ਾਹੂ ਜੀ ਮਹਾਰਾਜ ਸੀ, ਜੀ ਉਹ ਉਹਨਾਂ ਨੂੰ ਬਹੁਤ, ਉਹਨੇ ਕਿਹਾ ਵੀ ਤੁਸੀਂ ਤਾਂ ਬਹੁਤ ਨੇਕ ਕੰਮ ਕਰਦੇ ਹੋ। ਜੀ ਫਿਰ ਅੰਗਰੇਜ਼ ਬਹੁਤ ਖੁਸ਼ ਹੋਏ, ਜੀ ਉਹਨੇ ਕਿਹਾ ਵੀ ਇਹ ਤਾਂ ਬਹੁਤ ਚੰਗਾ ਕੰਮ ਹੈ। ਜੀ ਉਹਨੇ ਫਿਰ ਜਾਣੀ ਮਤਲਬ ਹੈ ਵੱਡੀ ਪੱਧਰ ਤੇ ਸਕੂਲ ਖੋਲ੍ਹੇ, ਜੀ ਕਾਲਜ ਖੋਲ੍ਹੇ। ਜੀ ਫਿਰ ਉਹਨੇ ਮਤਲਬ ਲੋਕਾਂ ਦੇ ਵਿੱਚੋਂ ਅੰਧ ਵਿਸ਼ਵਾਸ ਖਤਮ ਕੀਤਾ, ਜੀ ਕਿਉਂਕਿ ਉਹ ਜੋਤੀਬਾ ਫੂਲੇ ਨੇ ਲੋਕਾਂ ਨੂੰ ਦੱਸਿਆ ਕਿ ਆਪਾਂ ਬਹੁਜਨ ਹਾਂ, ਜੀ ਇਹ ਇੱਕ ਜਾਤੀ ਦਾ ਕੰਮ ਨਹੀਂ, ਜੀ ਆਪਾਂ ਮੂਲ ਨਿਵਾਸੀ ਹਾਂ। ਜੀ ਇਹ ਜਿਹਨੇ ਸਾਨੂੰ ਵਿਦਿਆਪਣ ਤੋਂ ਰੋਕਿਆ ਇਹ ਆਰੀਆ ਵਿਦੇਸ਼ੀ ਹਨ। ਜੀ ਔਰ ਉਹਨੇ ਸੱਤਿਆ ਸੋਧਕ ਸਮਾਜ ਦੀ ਲਹਿਰ ਚਲਾਈ। ਸ਼ਾਹੂ ਜੀ ਮਹਾਰਾਜ ਉਹਨਾਂ ਦੇ ਨਾਲ ਜੁੜ ਗਏ। 1890 ਚ ਜੋਤੀਬਾ ਫੂਲੇ ਦੀ ਮੌਤ ਹੋ ਗਈ ਤਾਂ ਸਵਿਤਰੀ ਬਾਈ ਫੂਲੇ ਨੇ ਉਹ ਕੰਮ ਸੰਭਾਲਿਆ ਜੀ ਔਰ ਬਾਅਦ ਦੇ ਵਿੱਚ ਸ਼ਾਹੂ ਜੀ ਮਹਾਰਾਜ ਤਾਂ ਪਹਿਲੇ ਉਹਨਾਂ ਦੇ ਨਾਲ ਜੁੜੇ ਸਨ, ਜੀ ਉਹ ਕੋਲਾਪੁਰ ਦੇ ਮਹਾਰਾਜਾ ਸਨ। ਜੀ 1902 ਦੇ ਵਿੱਚ ਉਹਨੇ ਆਪਣੇ ਰਾਜ ਦੇ ਵਿੱਚ ਰਾਖਵਾਂਕਰਨ ਲਾਗੂ ਕੀਤਾ। ਜੀ ਵੀ ਵਿਦਿਆ ਦੇ ਵਿੱਚ, ਸਰਕਾਰੀ ਨੌਕਰੀਆਂ ਦੇ ਵਿੱਚ 50% ਰਾਖਵਾਂਕਰਨ ਲਾਗੂ ਹੋਇਆ। ਜੀ। ਇਹ ਬਹੁਤ ਵੱਡਾ ਕੰਮ ਸੀ। ਜੀ ਹਾਂਜੀ। ਅੱਛਾ, ਇਸ ਵਕਤ ਦੌਰਾਨ ਕਿਹੜੇ ਰਾਜਨੀਤਿਕ ਦਲ ਦੀ ਸਥਾਪਨਾ ਹੋਈ, ਜਾਣੀ ਕਿ ਪੋਲੀਟੀਕਲ ਪਾਰਟੀ? ਇਹ ਰਾਜਨੀਤਿਕ ਦਲ ਕਿਵੇਂ ਅੱਗੇ ਵਧਿਆ? ਕਿਉਂਕਿ ਜੋਤੀਬਾ ਫੂਲੇ, ਸਵਿਤਰੀ ਬਾਈ ਫੂਲੇ ਦਾ ਵਿਚਾਰ ਸੀ ਕਿ ਪਹਿਲਾਂ ਸਮਾਜਿਕ ਬਰਾਬਰੀ ਚਾਹੀਦੀ ਹੈ। ਜੀ ਜਿਸ ਵੇਲੇ ਸਮਾਜਿਕ ਬਰਾਬਰੀ ਆ ਗਈ ਫਿਰ ਜਾਣੀ ਜਿਹੜੀ ਪੋਲੀਟੀਕਲ ਜਿਹੜੀ ਬਰਾਬਰੀ ਹੈ ਉਹਦਾ ਫਾਇਦਾ ਹੈ। ਜੀ ਜੇ ਸਮਾਜਿਕ ਬਰਾਬਰੀ ਨਹੀਂ ਆਉਂਦੀ ਫਿਰ ਉਹਦਾ ਕਾਮਯਾਬ ਨਹੀਂ ਹੋ ਸਕਦਾ। ਜੀ ਕਿਉਂਕਿ ਪਰ ਉਸ ਵੇਲੇ ਅੰਗਰੇਜ਼ ਜਿਹੜੇ ਉੱਥੇ ਗਏ ਹੋਏ ਸੀ ਉਹਨਾਂ ਦੇ ਬੱਚੇ ਵੀ ਬੜੇ ਹੈਰਾਨ ਸੀ ਵੀ ਇਹਨਾਂ ਲੋਕਾਂ ਦੇ ਵਿੱਚ ਕਦ ਜਾਗਰਤੀ ਆਊਗੀ। ਜੀ ਫਿਰ ਉਹ ਇੱਕ IAS ਆਫੀਸਰ ਸੀ ਅੰਗਰੇਜ਼, ਮਿਸਟਰ ਹਿਊਮ, ਉਹਨੇ ਕਿਹਾ ਵੀ ਇੱਥੇ ਰਾਜਨੀਤਿਕ ਪਾਰਟੀ ਵੀ ਹੋਣੀ ਚਾਹੀਦੀ ਹੈ। ਹੂੰ, ਉਹਨੇ ਜਾਣੀ ਬੰਬਈ ਦੇ ਵਿੱਚ 1885 ਦੇ ਵਿੱਚ ਮੀਟਿੰਗ ਬੁਲਾਈ ਸੀ, ਉੱਥੇ ਫਿਰ ਕਾਂਗਰਸ ਦਾ ਜਨਮ ਹੋਇਆ। ਜੀ ਜਾਣੀ ਕਾਂਗਰਸ। ਜੀ। ਅੱਛਾ, ਡਾਕਟਰ ਅੰਬੇਡਕਰ ਕਿਵੇਂ ਇਸ ਬਹੁਜਨ ਅੰਦੋਲਨ ਨਾਲ ਜੁੜੇ? ਕਿਉਂਕਿ ਜਿਸ ਵੇਲੇ ਵਿੱਦਿਆ ਆਉਣ ਲੱਗ ਪਈ ਤਾਂ ਉਸ ਵੇਲੇ ਗਿਆਨ ਵਧਿਆ। ਜੀ ਉਸ ਵੇਲੇ ਡਾਕਟਰ ਅੰਬੇਡਕਰ ਨੂੰ ਮੌਕਾ ਮਿਲਿਆ ਕਿ ਜਿਹੜੇ ਬੜੌਦਾ ਦੇ ਰਾਜੇ ਨੇ ਕਿਹਾ ਕਿ ਜੇ ਤੂੰ ਅਮਰੀਕਾ ਪੜ੍ਹਨ ਜਾਣਾ ਚਾਹੁੰਦਾ, ਜੀ ਉਹ ਫਿਰ 1913 ਦੇ ਵਿੱਚ ਜਾਣੀ ਅਮਰੀਕਾ ਪੜ੍ਹਨ ਗਏ ਸਨ। ਜੀ ਉੱਥੇ ਉਹਨੇ ਕੋਲੰਬੀਆ ਯੂਨੀਵਰਸਿਟੀ ਤੋਂ MA PhD ਕੀਤੀ ਸੀ। ਜੀ ਪਰ ਉਹ ਇਕੱਲਾ ਪੜ੍ਹੇ ਨਹੀਂ, ਉੱਥੇ ਉਹਨੇ ਇੱਕ ਪੇਪਰ ਪੜ੍ਹਿਆ ਸੀ ਕਾਸਟ 'ਤੇ। ਜੀ ਉਸ ਤੋਂ ਜਾਣੀ ਉਹ ਸਾਰੇ ਲੋਕਾਂ ਨੂੰ ਉਹਨੇ ਦੱਸਿਆ ਵੀ ਜਿਹੜੀ ਕਾਸਟ ਹੈ ਇਹ ਇੰਡੀਆ ਦੀ ਮੇਨ ਸਮੱਸਿਆ ਹੈ, ਜੀ ਵੀ ਇਕੱਲੀ ਰਾਜਨੀਤੀ ਨਹੀਂ, ਵੀ ਉੱਥੇ ਤਾਂ ਜਾਤ ਪਾਤ ਦਾ ਭੇਦਭਾਵ ਹੈ। ਜੀ ਇਸ ਕਰਕੇ ਜਾਣੀ ਪੜ੍ਹਾਈ ਕਰਦਿਆਂ ਉਹ ਇਸ ਅੰਦੋਲਨ ਨਾਲ ਜੁੜ ਗਏ। ਜੀ। ਹਾਂਜੀ। ਅੱਛਾ, ਕਾਂਗਰਸ ਕਿਵੇਂ ਹਿੰਦੂ ਧਰਮ ਵੱਲ ਝੁਕੀ ਅਤੇ ਮੁਸਲਿਮ ਲੀਗ ਦੀ ਸਥਾਪਨਾ ਹੋਈ, ਇਹ ਤੇ ਜਾਣਨਾ ਪਾਓਗੇ? ਕਿਉਂਕਿ ਦੇਖੋ ਜਿਸ ਵੇਲੇ ਕਾਂਗਰਸ ਦੀ ਸਥਾਪਨਾ ਕੀਤੀ ਸੀ ਉਹ ਤਾਂ ਬੰਦਾ ਅੰਗਰੇਜ਼ ਸੀ, ਜੀ ਮਿਸਟਰ ਹਿਊਮ। ਜੀ ਪਰ ਉਹ ਜਿਹੜੇ ਬੰਦੇ ਉਦੋਂ ਸ਼ਾਮਲ ਹੋਏ ਸੀ ਉਹਨਾਂ ਦੇ ਵਿੱਚ ਇੱਕ ਰਾਣਾ ਡੇ ਵੀ ਸੀ। ਜੀ ਕਿਉਂਕਿ ਰਾਣਾ ਡੇ ਚਾਹੁੰਦਾ ਸੀ ਵੀ ਜਿਹੜਾ ਜਾਤ ਪਾਤ ਦਾ ਭੇਦਭਾਵ ਖਤਮ ਹੋਣਾ ਚਾਹੀਦਾ। ਜੀ ਪਰ ਬਾਲ ਗੰਗਾਧਰ ਤਿਲਕ ਕਹਿੰਦਾ ਸੀ ਵੀ ਇਹ ਬਿਲਕੁਲ ਨਹੀਂ ਖਤਮ ਕਰਨਾ, ਜੀ ਕਿਉਂਕਿ ਅਸੀਂ ਤਾਂ ਜਨਮ ਤੋਂ ਹੀ ਉੱਚੇ ਹਾਂ, ਜੀ ਕਿਉਂਕਿ ਉਹ ਬ੍ਰਾਹਮਣ ਸੀ। ਜੀ ਤੇ ਉਹਨੇ ਕਿਹਾ ਵੀ ਜੋ ਕੁਝ ਸਾਡੇ ਗੀਤਾ ਦੇ ਵਿੱਚ ਲਿਖਿਆ ਹੈ, ਮਨੂ ਸਿਮਰਤੀ 'ਚ ਲਿਖਿਆ ਹੈ, ਉਹ ਸਹੀ ਹੈ। ਜੀ ਇਸ ਕਰਕੇ ਜਾਣੀ ਮਤਲਬ ਇਹ ਜਾਣੀ ਕਾਂਗਰਸ ਦੇ ਵਿੱਚ ਵਿਵਾਦ ਚੱਲ ਪਿਆ। ਜੀ ਪਰ ਫਿਰ ਵੀ ਉਹ ਮਤਲਬ ਸੰਗਠਨ ਚੱਲਦਾ ਰਿਹਾ। ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਇਹਦਾ ਪ੍ਰਭਾਵ ਪਿਆ, ਇਹਦਾ ਨੁਕਸਾਨ ਹੋਇਆ। ਹਾਂਜੀ। ਅੱਛਾ, 1920 ਤੱਕ
ਇੰਡੀਆ ਵਿੱਚ ਕਿਹੜੇ ਬਦਲਾਵ ਹੋਏ ਇਹ ਤੇ ਜਾਣਨਾ ਪਾਓਗੇ। ਦੇਖੋ ਜਿਹੜਾ ਵੱਡਾ ਬਦਲਾਅ ਇਹ ਹੋਇਆ ਵੀ ਜਿਹੜਾ ਬਾਲ ਗੰਗਾਧਰ ਤਿਲਕ ਸੀ ਜੀ ਉਹਦੀ ਨੀਤੀ ਦੇ ਨਾਲ ਜਿਹੜੇ ਮੁਸਲਮਾਨ ਆ ਜੀ ਉਹ ਕਾਂਗਰਸ ਤੋਂ ਦੂਰ ਹੋਣ ਲੱਗ ਪਏ। ਜੀ ਉਹਨੇ ਕਿਹਾ ਵੀ ਜੇ ਸਾਡੇ ਤੇ ਹਿੰਦੂ ਧਰਮ ਠੋਸਣਗੇ ਫਿਰ ਤਾਂ ਸਾਡਾ ਮੁਸਲਮਾਨ ਬਣਨ ਦਾ ਫਾਇਦਾ ਹੀ ਨਹੀਂ ਕੋਈ। ਜੀ 1906 ਦੇ ਵਿੱਚ ਉਹਨੇ ਕਾਂਗਰਸ ਛੱਡ ਕੇ ਮੁਸਲਿਮ ਲੀਗ ਬਣਾ ਲਈ। ਜੀ ਮੁਸਲਿਮ ਲੀਗ ਜਾਣੀ ਬਣਾ ਲਈ। ਉਹ ਭਾਰਤ ਦੇ ਹੀ ਮੁਸਲਮਾਨ ਸਨ ਜੀ ਕਿਉਂਕਿ ਉਹਨੇ ਕਿਹਾ ਵੀ ਜੇ ਸਾਡੇ ਧਰਮ ਨੂੰ ਸੁਰੱਖਿਅਤ ਰੱਖਣਾ ਤਾਂ ਸਾਡੀ ਪਾਰਟੀ ਵੀ ਹੋਣੀ ਚਾਹੀਦੀ। ਜੀ ਪਰ ਫਿਰ ਬਾਅਦ ਦੇ ਵਿੱਚ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਕਿਉਂਕਿ ਤੁਹਾਨੂੰ ਪਤਾ ਵੀ ਪੜ੍ਹ ਕੇ ਆ ਗਏ ਸੀ ਜੀ ਕਿਉਂਕਿ ਉਹਨੇ ਵੀ ਔਰ ਬਾਅਦ ਦੇ ਵਿੱਚ ਹੋਰ ਵੀ ਲੀਡਰ ਜਿੱਦਾਂ ਗਾਂਧੀ ਉਹ ਵੀ ਪਹਿਲਾਂ ਇੰਗਲੈਂਡ 'ਚ ਪੜ੍ਹਿਆ ਸੀ ਫਿਰ ਸਾਊਥ ਅਫਰੀਕਾ 'ਚ ਗਿਆ ਸੀ ਤੇ ਉਹ ਵੀ ਆ ਗਿਆ। ਜੀ ਫਿਰ ਵਿਨਾਇਕ ਜਿਹੜਾ ਸਾਵਰਕਰ ਸੀ ਜੀ ਉਹ ਵੀ ਪਹਿਲਾਂ ਲੰਡਨ ਰਹਿੰਦਾ ਸੀ ਉਹ ਵੀ ਜੇਲ੍ਹ 'ਚੋਂ ਰਹਿ ਕੇ ਆ ਗਿਆ ਉਹ ਵੀ ਸਰਗਰਮ ਹੋ ਗਿਆ। ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੇ ਮਤਲਬ ਇਹ ਦੋ ਵਿੰਗ ਬਣ ਗਏ। ਇੱਕ ਤਾਂ ਚਾਹੁੰਦੇ ਸੀ ਵੀ ਜਿਹੜੀ ਕਾਂਗਰਸ ਇਹੀ ਕੰਮ ਕਰੇ ਵੀ ਜਿਹੜੀ ਹਿੰਦੂ ਧਰਮ ਰਹਿਣਾ ਚਾਹੀਦਾ। ਜੀ ਦੂਸਰਾ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਸੀ ਵੀ ਸਮਾਜਿਕ ਬਰਾਬਰੀ ਹੋਣੀ ਚਾਹੀਦੀ ਹੈ। ਜੀ ਜਾਣੀ ਇਹ ਦੋ ਲਹਿਰਾਂ ਦਾ ਜਨਮ ਹੋ। ਅੱਛਾ 1925 ਤੱਕ ਇੰਡੀਆ ਵਿੱਚ ਕਿਹੜੇ ਨੇਤਾ ਅਤੇ ਸੰਗਠਨ ਵਿਸ਼ੇਸ਼ ਭੂਮਿਕਾ ਵਿੱਚ ਸਾਹਮਣੇ ਆਏ। ਕਿਉਂਕਿ 1920 ਦੇ ਵਿੱਚ ਬਾਲ ਗੰਗਾਧਰ ਤਿਲਕ ਦੀ ਮੌਤ ਹੋ ਗਈ। ਜੀ ਕਿਉਂਕਿ ਕਾਂਗਰਸ ਜਿਹੜਾ ਉਹਦੇ ਕੋਈ ਪੈਸਾ ਸੀਗਾ ਪ੍ਰਚਾਰ ਦੇ ਵੀ ਸਾਧਨ ਸਨ ਉਹ ਫਿਰ ਜਾਣੀ ਮੋਹਨਦਾਸ ਕਰਮਚੰਦ ਗਾਂਧੀ ਜਿਹੜਾ ਸੀ ਇਹ ਕਾਂਗਰਸ ਜੁਆਇਨ ਹੋ ਚੁੱਕਾ ਸੀ। ਜੀ ਜਾਣੀ ਇਹਨੂੰ ਕਾਂਗਰਸ ਦੀ ਵਾਗਡੋਰ ਸੰਭਾਲ ਦਿੱਤੀ ਗਈ। ਜੀ ਪਰ ਜਿਹੜੇ ਬਾਲ ਗੰਗਾਧਰ ਤਿਲਕ ਨੂੰ ਵੀ ਲੋਕ ਬਹੁਤ ਮੰਨਦੇ ਸਨ। ਜੀ ਉਹ ਜਾਣੀ ਜਦ ਉਹਦੀ ਮੌਤ ਹੋ ਗਈ ਤਾਂ ਵਿਨਾਇਕ ਸਾਵਰਕਰ ਨੇ ਕਿਹਾ ਵੀ ਸਾਨੂੰ ਗਾਂਧੀ ਤੇ ਇਤਬਾਰ ਨਹੀਂ ਜੀ ਵੀ ਇਹ ਜਿਹੜਾ ਕਿਉਂਕਿ ਇਹਦੀ ਵਿਚਾਰਧਾਰਾ ਹੋ ਰਿਹਾ ਉਹਨੇ ਫਿਰ ਹਿੰਦੂਤਵ ਦਾ ਸਿਧਾਂਤ ਲਿਖਿਆ ਸੀ। ਜੀ ਉਹਨੇ ਕਿਹਾ ਵੀ ਹਿੰਦੂ ਤਬ ਨੂੰ ਹੀ ਅਸੀਂ ਚਲਾਉਣਾ। ਮਨੂ ਸਮਰਤੀ ਠੀਕ ਆ ਗੀਤਾ ਠੀਕ ਆ ਰਿਗਵੇਦ ਠੀਕ ਆ। ਉਹਨੇ ਕਿਹਾ ਵੀ ਅਸੀਂ ਸਾਨੂੰ ਹੋਰ ਕੋਈ ਸੰਵਿਧਾਨ ਚਾਹੀਦਾ ਹੀ ਨਹੀਂ ਜੀ ਕਿ ਉਹ ਮਨੂ ਸਮਰਤੀ ਦੇ ਅਨੁਸਾਰ ਹੀ ਚਲਾਉਣਾ। ਜਾਣੀ ਉਹਨੇ ਕਿਹਾ ਵੀ ਅਸੀਂ ਅਲੱਗ ਰਹਾਂਗੇ। ਪਰ 1925 ਚ ਉਹ ਤੋਂ ਹੀ ਪ੍ਰੇਰਣਾ ਲੈ ਕੇ ਜਾਣੀ ਕੇਸ਼ਵ ਹੈਡਗਵਾਰ ਨੇ RSS ਦੀ ਸਥਾਪਨਾ ਕੀਤੀ। ਕਿਉਂਕਿ ਦੂਸਰੇ ਪਾਸੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਉਹ ਤਾਂ ਸਾਰੇ ਪਛੜੇ ਵਰਗ ਦੀ ਗੱਲ ਕਰਦੇ ਸਨ। ਜੀ ਉਹਨੇ ਵੀ 1925 ਚ ਉਹਨੇ ਕਿਹਾ ਵੀ ਦੇਖੋ ਜਿਹੜਾ ਸਾਰਿਆਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਜੀ ਚਾਹੇ ਕੋਈ ਉੱਚੀ ਜਾਤ ਦਾ ਚਾਹੇ ਔਰਤਾਂ ਨੂੰ ਵੀ ਮਿਲਣਾ ਚਾਹੀਦਾ। ਜੀ ਉਹਨੇ ਡਿਪਰੈਸਡ ਕਲਾਸਿਸ ਜਿਹੜਾ ਇੰਸਟੀਚਿਊਟ ਆ ਉਹਨੇ ਵੀ 1925 ਦੇ ਵਿੱਚ ਬਣਾਇਆ। ਪਰ ਬੜੀ ਗੱਲ ਇਹ ਹੈਗੀ ਆ ਵੀ ਜਿਹੜੇ ਅੰਗਰੇਜ਼ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ। ਜੀ ਕਿਉਂਕਿ ਉਹ ਜਿਹੜੇ ਲੋਕ ਆ ਉਹ ਸਾਰੇ ਸਭ ਵਰਗਾਂ ਦੇ ਸਨ ਜੀ ਸਭ ਜਾਤਾਂ ਦੇ ਸਨ। ਉਹ ਸੈਂਕੜੇ ਲੋਕ ਸ਼ਹੀਦ ਹੋ ਗਏ। ਜੀ ਉਸ ਵੇਲੇ ਅੰਗਰੇਜ਼ਾਂ ਨੂੰ ਵਿਚਾਰ ਕਰਨਾ ਪਿਆ ਵੀ ਇਹ ਮੁਲਕ ਨੂੰ ਆਜ਼ਾਦ ਕਰਨਾ ਪੈਣਾ। ਇਸ ਕਰਕੇ 1925 ਤੱਕ ਇਹ ਨੇਤਾ ਤੇ ਲੀਡਰ ਆਏ। ਪਰ 1925 ਤੱਕ ਉੱਥੇ ਕਮਿਊਨਿਸਟ ਪਾਰਟੀ ਵੀ ਬਣ ਚੁੱਕੀ ਸੀ ਜੀ ਕਿਉਂਕਿ ਉਹ ਵੀ ਬ੍ਰਾਹਮਣ ਹੀ ਕੰਟਰੋਲ ਕਰਦੇ ਸਨ ਜਿਹੜਾ ਅੰਮ੍ਰਿਤ ਟਾਂਗੇ ਸੀ। ਜੀ ਫਿਰ ਜਿਹੜਾ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਹੈ ਇਹਦੀ ਵੀ ਸਥਾਪਨਾ ਹੋ ਚੁੱਕੀ ਸੀ ਜੀ ਕਿਉਂਕਿ ਇਹ ਸੰਗਠਨ ਕੰਮ ਕਰ ਰਹੇ ਸਨ। ਇੱਥੇ ਮੈਂ ਮਾੜੀ ਜੀ ਗੱਲ ਪੁੱਛਣੀ ਚਾਹੁੰਦਾ ਜਿੱਦਾਂ ਤੁਸੀਂ ਹਿੰਦੂਤਵ ਦੀ ਗੱਲ ਕੀਤੀ ਆ ਹਾਂ। ਅੱਜ ਵੀ ਪੋਲਿਟਿਕਸ ਦੇ ਵਿੱਚ ਈਵਨ ਕਾਂਗਰਸ ਔਰ ਬੀਜੇਪੀ ਦੇ ਵਿੱਚ ਇਸ ਗੱਲ ਦੇ ਉੱਤੇ ਬਹਿਸ ਛਿੜਦੀ ਆ ਹਿੰਦੂ ਔਰ ਹਿੰਦੂਤਵ। ਇਹਨੂੰ ਥੋੜਾ ਜਿਹਾ ਡਿਫਾਈਨ ਕਰੋਗੇ ਤਾਂ ਕਿ ਦੇਖੋ ਸਾਡੇ ਜਿਹੜੀ ਦਰਸ਼ਕਾਂ ਨੂੰ ਪਤਾ ਪਹਿਲਾਂ ਤਾਂ ਲੱਗੇ। ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਪਣੇ ਕਿਤਾਬਾਂ ਦੇ ਵਿੱਚ ਇਹ ਸਾਰਾ ਕੁਝ ਦੱਸਿਆ। ਜੀ ਜਿਹੜਾ ਹਿੰਦੂ ਸ਼ਬਦ ਹੈ ਵਿਦੇਸ਼ੀ ਹੈ ਜੀ ਕਿਉਂਕਿ ਮੁਸਲਮਾਨ ਜਦ ਭਾਰਤ ਦੇ ਵਿੱਚ ਆ ਗਏ ਉਹਨਾਂ ਦੀ ਫਾਰਸੀ ਜ਼ਬਾਨ ਸੀ। ਜੀ ਉਹਨੇ ਜਿਹੜੇ ਮੁਸਲਮਾਨਾਂ ਤੋਂ ਅਲੱਗ ਜਿਹੜੇ ਲੋਕ ਸੀਗੇ ਉਹਨਾਂ ਨੂੰ ਹਿੰਦੂ ਸ਼ਬਦ ਦਿੱਤਾ ਜੀ ਵੀ ਇਹ ਜਿਹੜੇ ਲੋਕ ਆ ਇਹ ਕਾਫਰ ਹੈ ਜੀ ਕਿਉਂਕਿ ਇਹ ਕੋਈ ਸਤਿਕਾਰ ਵਾਲਾ ਤਾਂ ਸ਼ਬਦ ਹੈ ਨਹੀਂ ਸੀ। ਜੀ ਪਰ ਉਹ ਭਾਰਤੀ ਲੋਕਾਂ ਨੂੰ ਕੋਈ ਕਾਮਨ ਸ਼ਬਦ ਚਾਹੀਦਾ ਸੀ। ਜੀ ਉਹਨੇ ਕਿਹਾ ਵੀ ਚੱਲ ਉਹਨੇ ਦਿੱਤਾ ਵੀ ਅਸੀਂ ਸਾਰੇ ਇਹ ਸ਼ਬਦ ਨੂੰ ਅਪਣਾ ਲੈਂਦੇ ਹਾਂ। ਜੀ ਪਰ ਬੜੀ ਤਾਂ ਗੱਲ ਹੈ ਵੀ ਜਿਸ ਵੇਲੇ ਅੰਗਰੇਜ਼ ਆ ਗਏ ਇਹਨੇ ਉੱਥੇ ਸੈਂਸਸ ਸ਼ੁਰੂ ਕੀਤਾ ਜੀ ਜਾਤੀਆਂ ਦਾ ਵੀ ਪੁੱਛਣ ਦਾ ਧਰਮਾਂ ਦਾ। ਇਹਨੇ ਕਾਲਮ ਹਿੰਦੂਇਜ਼ਮ ਰੱਖਿਆ। ਜੀ ਇਹ ਜਾਣੀ ਲੋਕ ਕਹਿਣ ਲੱਗ ਪਏ ਵੀ ਜਿਹੜੇ ਮੁਸਲਮਾਨ ਨਹੀਂ ਬਾਕੀ ਸਾਰੇ ਹਿੰਦੂ ਆ। ਜੀ ਪਰ ਗੱਲ ਇਹ ਨਹੀਂ ਸੀ
ਜੀ। ਗੱਲ ਤਾਂ ਜਾਤਾਂ ਦੀ ਸੀ। ਜੀ ਉਹ ਫੇਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਰਿਆਂ ਨੂੰ ਕਹਿਣ ਲੱਗ ਪਏ ਆ ਵੀ ਇਹ ਤਾਂ ਫੇਰ ਇਹਨਾਂ ਦੀ ਹਿੰਦੂਆਂ ਦੀ ਮੈਜੋਰਟੀ ਹੋ ਜਾਣੀ। ਜੀ ਪਰ ਉਹ ਫਿਰ ਜਾਣੀ ਮਤਲਬ ਜਿਹੜਾ ਵਿਨਾਇਕ ਸਾਵਰਕਾਰ ਸੀ ਉਹਨੇ ਕਿਹਾ ਵੀ ਸਹੀ ਸ਼ਬਦ ਹਿੰਦੂ ਤਵ ਆ ਜੀ ਵੀ ਜਿਹੜਾ ਬਾਕੀਆਂ ਨੂੰ ਲਪੇਟਣ ਹਾਂ ਵਾਸਤੇ। ਹਾਂ ਕਿਉਂਕਿ ਜਿਹੜਾ ਅਸੀਂ ਤਾਂ ਜਿਹੜਾ ਮਨੂ ਸਿਮਰਤੀ ਨੂੰ ਮੰਨੂਗਾ ਉਹਨੂੰ ਹੀ ਸਮਝਦੇ ਹਾਂ। ਜੀ ਜਿਹੜਾ ਗੀਤਾ ਨੂੰ ਮੰਨੂਗਾ ਉਹਨੂੰ ਸਮਝਾਂ, ਕਿਉਂਕਿ ਬਾਲ ਗੰਗਾਧਰ ਕਹਿੰਦਾ ਸੀ ਵੀ ਬਿਲਕੁਲ ਸਮਾਜਿਕ ਬਰਾਬਰੀ ਨਹੀਂ ਆਉਣ ਦੇਣੀ, ਜੀ ਵੀ ਬ੍ਰਾਹਮਣ ਹੀ ਸਭ ਕੁਝ ਹੈ। ਜੀ। ਇਸ ਕਰਕੇ ਹਿੰਦੂ ਤੱਤ ਤੇ ਹਿੰਦੂ ਧਰਮ 'ਚ ਇਹ ਅੰਤਰ ਹੈ। ਇਹ ਮੈਂ ਜਾਣ ਕੇ ਪੁੱਛਿਆ ਨਹੀਂ, ਕਿਉਂਕਿ ਤਾਂ ਕਿ ਦੇਖੋ ਸਾਡੇ ਦਰਸ਼ਕਾਂ ਨੂੰ ਆਪਾਂ- ਇਹ ਪਤਾ ਲੱਗ ਸਕੇ। ਨਹੀਂ, ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਲਿਖਤਾਂ ਦੇ ਵਿੱਚ ਕਿਹਾ ਵੀ ਜਿਹੜਾ ਹਿੰਦੂ ਧਰਮ ਹੈ, ਜਿਹੜੇ ਹਿੰਦੂ ਕਹਾਉਂਦੇ ਆ ਉਹ ਭਾਰਤ ਦੇ ਰੋਗੀ ਲੋਕ ਆ। ਜੀ ਕਿਉਂਕਿ ਹਿੰਦੂ ਉਹੀ ਆ ਜਿਹੜਾ ਜਦ ਕੋਈ ਕਹਿੰਦਾ ਉਹ ਸੰਤੁਸ਼ਟ ਨਹੀਂ ਹੁੰਦੇ, ਉਹ ਕਹਿੰਦੇ ਵੀ ਯਾਦ ਦੱਸ ਤੇਰੀ ਕੀ ਹੈ। ਜੀ ਵੀ ਜੇ ਗਾਂ ਨੂੰ ਲੜੀ ਤੁਰਦੀ। ਓਕੇ 1928 ਵਿੱਚ ਯੂਕੇ ਵਿੱਚ ਕਿਹੜੇ ਰਾਜਨੀਤਿਕ ਬਦਲਾਅ ਆਏ, ਇਹ ਤੇ ਥੋੜਾ ਜਿਹਾ ਜਾਣਨਾ ਪਾਓਗੇ। ਦੇਖੋ ਜਿਹੜਾ ਅੰਗਰੇਜ਼ਾਂ ਦਾ ਭਾਰਤ ਦੇ ਵਿੱਚ ਰਾਜ ਹੋ ਗਿਆ ਸੀ, ਕਿਉਂਕਿ ਭਾਰਤ ਇੰਡੀਆ ਜਿਹੜਾ ਉਹਨਾਂ ਦੀ ਵੱਡੀ ਕਾਲੋਨੀ ਸੀ, ਜੀ ਪਰ ਯੂਕੇ ਦੇ ਵਿੱਚ ਵੀ ਬਹੁਤ ਸੰਘਰਸ਼ ਚੱਲਦਾ ਸੀ, ਜੀ ਕਿਉਂਕਿ 1265 ਤੋਂ ਇੱਥੇ ਲੋਕ ਸਭਾ ਆ, ਜੀ ਇੱਥੇ ਦੀ ਜਿਹੜਾ ਲੋਕਤੰਤਰ 1265 ਤੋਂ ਸ਼ੁਰੂ ਹੋਇਆ। ਜੀ ਇੱਥੇ ਜਿਹੜੀ ਪਾਰਲੀਮੈਂਟ ਹੈ ਉਹਨੂੰ ਮਦਰ ਆਫ ਔਰ ਪਾਰਲੀਮੈਂਟ ਕਿਹਾ ਜਾਂਦਾ, ਜੀ ਪਰ ਸਾਰਿਆਂ ਦੀਆਂ ਵੋਟਾਂ ਨਹੀਂ ਸਨ, ਜੀ ਔਰਤਾਂ ਦੀਆਂ ਵੀ ਨਹੀਂ ਸਨ। ਜੀ ਉਹ ਸੰਘਰਸ਼ ਚੱਲ ਰਿਹਾ ਸੀਗਾ, ਪਰ ਇੰਨਾ ਜਾਣੀ ਉਹ ਸੰਘਰਸ਼ ਚੱਲਿਆ ਵੀ 22 ਜਨਵਰੀ 1924 ਨੂੰ ਲੇਬਰ ਪਾਰਟੀ ਦਾ ਇੱਥੇ ਪ੍ਰਾਈਮ ਮਿਨਿਸਟਰ ਬਣ ਗਿਆ ਜੀ ਜੇਮਸ ਰਾਮਸੇ ਮੈਕਡੋਨਲਡ। ਜੀ ਉਹ ਫਿਰ ਲੋਕਾਂ 'ਚ ਬਹੁਤ ਹੌਸਲਾ ਵਧਿਆ, ਜੀ ਫਿਰ ਜਾਣੀ ਇੱਥੇ ਦੀ ਸਰਕਾਰ ਨੂੰ ਝੁਕਣਾ ਪਿਆ, ਕਿਉਂਕਿ ਐਮਿਲੀਨ ਪੈਂਕਹਰਸ ਜਿਹੜੀ ਆ ਉਹ ਔਰਤਾਂ ਲਈ ਸੰਘਰਸ਼ ਕਰ ਰਹੀ ਸੀ। 1928 ਦੀ ਵਿੱਚ ਇੱਥੇ ਕਾਨੂੰਨ ਬਣ ਗਿਆ ਵੀ ਸਾਰੇ ਮਰਦ ਅਤੇ ਔਰਤ ਨੂੰ ਵੋਟ ਦਾ ਅਧਿਕਾਰ ਮਿਲ ਗਿਆ, ਜੀ ਵੀ ਸਾਰੇ ਬਰਾਬਰ ਹੈ, ਜੀ ਕੋਈ ਗਰੀਬ ਨਹੀਂ, ਕੋਈ ਸਭ ਆ, ਸਾਰੇ ਦੀ ਵੋਟ ਬਣ ਗਈ। ਇਸ ਕਰਕੇ ਫਿਰ ਜਾਣੀ ਜਿਆਦਾ ਪਾਸ ਹੋ ਗਿਆ, ਤਾਂ ਜਾਣੀ ਫਿਰ ਇੰਡੀਆ ਦੀ ਬਾਰੇ ਗੱਲ ਆਈ ਵੀ ਉਹ ਵੱਡੀ ਕਾਲੋਨੀ ਸੀ, ਉਹਨੂੰ ਵੀ ਆਜ਼ਾਦ ਕਰਨਾ ਸੀ। ਹਾਂ ਹਾਂ ਉਧਰ ਨੂੰ ਵੀ ਮੈਂ ਆਉਣ ਲੱਗਿਆ ਬਈ 1928 ਵਿੱਚ ਯੂਕੇ ਸਰਕਾਰ ਨੇ ਸਾਈਮਨ ਕਮਿਸ਼ਨ ਭਾਰਤ ਵਿੱਚ ਭੇਜਿਆ, ਇਸ ਦੀ ਕੀ ਭੂਮਿਕਾ ਸੀ, ਇਹਦੇ ਤੇ ਚਾਨਣਾ ਪਾਓਗੇ। ਕਿਉਂਕਿ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਸੀ, ਜੀ ਉਹ ਇੰਨਾ ਜਾਣੀ ਮਤਲਬ ਉਹਦੇ ਬਾਰੇ ਚਰਚਾ ਹੋਈ ਵੀ ਕਿਸੇ ਭਾਵੇਂ ਤੁਹਾਡੀ ਉਹ ਕਾਲੋਨੀ ਹੈ ਵੀ ਤੁਸੀਂ ਇੰਨੇ ਲੋਕਾਂ ਨੂੰ ਪੀਸਫੁਲ ਲੋਕਾਂ ਨੂੰ ਮਾਰਦੇ ਆ, ਜੀ ਇਹ ਬਹੁਤ ਧੱਕਾ ਹੈ। ਜੀ ਇੱਥੇ ਪਾਰਲੀਮੈਂਟ ਦੀ ਵੀ ਇਹਦੀ ਚਰਚਾ ਹੋਈ। ਲੇਬਰ ਪਾਰਟੀ ਨੇ ਤਾਂ ਪਹਿਲਾਂ ਹੀ ਕਿਹਾ ਸੀ ਵੀ ਉਹ ਜਿਹੜਾ ਦੇਸ਼ ਆ ਸੰਵਿਧਾਨ ਬਣਾ ਕੇ ਉਹਨੂੰ ਆਜ਼ਾਦ ਕਰ ਦੇ, ਜੀ ਹੋਰ ਵੀ ਬੁੱਧੀਜੀਵੀ ਕਰਨ ਲੱਗ ਪਏ। ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜਾ 1925 ਡਿਪਰੈਸਡ ਪਰਸਨ ਇੰਸਟੀਚਿਊਟ ਬਣਾਇਆ ਸੀ, ਉਹਨੇ ਇਹ ਸਰਕਾਰ ਨੂੰ ਪਹਿਲਾਂ ਹੀ ਰੈਂਪ ਕੀਤਾ ਸੀ ਵੀ ਭਾਰਤ ਦਾ ਜਿਹੜਾ ਕੋਈ ਵੀ ਸੰਵਿਧਾਨ ਬਣੇ, ਪਹਿਲੀ ਸ਼ਰਤ ਹੋਵੇ ਵੀ ਸਾਰਿਆਂ ਦੀਆਂ ਵੋਟਾਂ ਵੰਡ। ਜੀ ਨਾਰੀ ਇੱਥੇ ਜੋ ਬਣ ਗਈਆਂ ਸੀ। ਹਾਂ, ਕਿਉਂਕਿ ਨਾਰੀ ਜਗਬੇ ਉਹਨੇ ਕਿਹਾ ਵੀ ਜਦ ਤੁਹਾਡੇ ਇੱਥੇ ਮੁਲਕ 'ਚ ਹੈ ਵੀ ਤੁਹਾਡਾ ਇੰਡੀਆ 'ਚ ਰਾਜ ਹੈ, ਜੀ ਤਾਂ ਉਹ ਫਿਰ ਇਹ ਜਾਣੀ ਮਤਲਬ ਵਿਚਾਰ ਬਣ ਰਿਹਾ ਸੀ। ਜੀ ਤਾਂ ਇਸ ਕਰਕੇ ਜਿਹੜਾ ਸਾਈਮਨ ਕਮਿਸ਼ਨ ਆ ਉਹ ਇਹ ਜਾਇਜ਼ਾ ਲੈਣ ਆਇਆ ਸੀ। ਜੀ ਅੱਛਾ, ਇਸ ਕਮਿਸ਼ਨ ਬਾਰੇ ਭਾਰਤ ਵਿੱਚ ਕਿਹੋ ਜਿਹਾ ਪ੍ਰਤੀਕਰਮ ਹੋਇਆ। ਦੇਖੋ ਜਿਹੜਾ ਇਹ ਸਾਈਮਨ ਕਮਿਸ਼ਨ ਹੈ, ਇੱਥੇ ਦਾ ਸਰ ਜੌਨ ਸਾਈਮਨ ਜੀ। ਇੱਥੇ ਦਾ ਇੱਕ ਪਾਰਲੀਮੈਂਟੇਰੀਅਨ ਸੀ, ਜੀ ਉਹਦੇ ਨਾਂ ਤੇ ਇਹਦਾ ਗਠਨ ਕੀਤਾ ਗਿਆ ਸੀ। ਜੀ ਉਹਨੇ ਜਦੋਂ ਡਾਕਟਰ ਅੰਬੇਡਕਰ ਗੱਲ ਕਰਦੇ ਸੀ, ਜਿੱਦਾਂ ਹੁਣ ਐਸਸੀ ਆ, ਐਸਟੀ ਆ, ਓਬੀਸੀ ਆ, ਮਾਈਨੋਰਿਟੀਜ਼ ਆ, ਜੀ ਲੇਡੀ ਵਰਗ ਆ, ਵੀ ਇਹਨਾਂ ਦੀ ਹਾਲਤ ਕੀ ਹੈ, ਜੀ ਉਹਨੇ ਇਹ ਜਾਇਜ਼ਾ ਲੈਣ ਆਇਆ ਸੀ। ਜੀ ਪਰ ਉਹਦੇ ਜਿਹੜੇ ਮੈਂਬਰ ਸੀਗੇ, ਕਲੈਮੈਂਟ ਐਟਲੀ ਵੀ ਸੀ ਤਾਂ ਹਰੀ ਸਿੰਘ ਗੌਡਸ ਵੀ ਸੀ। ਜੀ ਉਹ ਦੇਖੋ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹ ਕਹਿੰਦੇ ਵੀ ਕਮਿਸ਼ਨ ਆਉਣਾ ਹੀ ਨਹੀਂ ਚਾਹੀਦਾ, ਜੀ ਵੀ ਇਹ ਸਾਡਾ ਮੁਲਕ ਆ, ਵੀ ਤੁਸੀਂ ਕੀ ਜਾਇਜ਼ਾ ਲੈਣਾ, ਜੀ ਵੀ ਸਾਡੇ ਕੋਲ ਤਾਂ ਮਨੂ ਸਿਮਰਤੀ ਹੈ, ਜੀ ਸਾਡੇ ਕੋਲ ਵੇਦ ਹੈ। ਜੀ ਪਰ ਉਹ ਫੇਰ ਵੀ ਦੇਖੋ ਵੀ ਸਰਕਾਰ ਨੇ ਭੇਜਿਆ, ਗੱਲ ਤਾਂ ਸੁਣਨੀ ਚਾਹੀਦੀ ਸੀ। ਜੀ ਉਹ ਪ੍ਰੋਟੈਸਟ ਤਾਂ ਬਿਲਕੁਲ ਗਲਤ ਸੀਗੇ, ਜੀ ਪਰ ਫਿਰ ਵੀ ਪ੍ਰੋਟੈਸਟ ਵੀ ਹੋਏ, ਪਰ ਫਿਰ ਵੀ ਉਹ ਜਾਣੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪਣੇ ਵਿਚਾਰ ਰੱਖਣ ਵਿੱਚ ਸਫਲ ਹੋ ਗਏ। ਜੀ। ਹਾਂਜੀ ਅੱਛਾ,
ਲੰਡਨ ਵਿਖੇ ਹੋਏ ਗੋਲਮੇਜ਼ ਸੰਮੇਲਨਾਂ ਦੇ ਦੌਰਾਨ 1930-32 ਇੰਡੀਆ ਦੇ ਸੰਵਿਧਾਨ ਬਾਰੇ 1935 ਤੱਕ ਕਿਹੜੇ ਬਦਲਾਅ ਆਏ, ਇਹਦੇ ਤੇ ਜਾਨਣਾ ਪਾਓਗੇ? ਕਿਉਂਕਿ ਜਿਸ ਵੇਲੇ ਉਹ ਜਾਨੀ ਸੰਮੇਲਨਾਂ ਦਾ ਹੋ ਗਿਆ ਵੀ ਹੁਣ ਹੋਣੇ ਆ ਲੰਡਨ, ਜੀ ਉਹ ਸੱਦਾ ਪੱਤਰ ਆਏ ਸੀ। ਜੀ ਜਦ ਪਤਾ ਲੱਗਾ ਵੀ ਡਾਕਟਰ ਅੰਬੇਡਕਰ ਨੂੰ ਵੀ ਸੱਦਾ ਪੱਤਰ ਆਇਆ ਜੀ ਤਾਂ ਉਹ ਗਾਂਧੀ ਨੂੰ ਬਹੁਤ ਇਤਰਾਜ਼ ਹੋਇਆ। ਜੀ ਉਹਨੇ ਕਿਹਾ ਵੀ ਇਹਦੇ ਮਗਰ ਕੌਣ ਹੈ, ਜੀ ਵੀ ਸਾਰੀ ਜਨਤਾ ਤਾਂ ਕਾਂਗਰਸ ਦੇ ਮਗਰ ਹੈ। ਜੀ ਜਾਣੀ ਉਹਨੂੰ ਇੰਨਾ ਇਤਰਾਜ਼ ਕੀਤਾ, ਉਹਨੇ ਕਿਹਾ ਵੀ ਇਹ ਮਤਲਬ ਚੂੜੇ ਚ ਮਾਰੇ ਜਾਣ ਉੱਥੇ, ਜੀ ਵੀ ਕਾਂਗਰਸ ਬਾਈਕਾਟ ਕਰ ਰਹੀ ਹੈ, ਜੀ ਵੀ ਅਸੀਂ ਨਹੀਂ ਜਾਣਾ। ਹੂੰ, ਪਰ ਫਿਰ ਵੀ ਉਹ ਸੰਮੇਲਨ ਹੋਇਆ ਜੀ ਔਰ ਉਹ ਸੰਮੇਲਨ ਦਾ ਇੰਨਾ ਫਾਇਦਾ ਹੋਇਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਰੇ ਪਛੜੇ ਵਰਗਾਂ ਦੀ ਤਾਂ ਨਾਰੀ ਵਰਗ ਦੀ ਗੱਲ ਰੱਖਣ ਵਿੱਚ ਕਾਮਯਾਬ ਹੋ ਗਏ। ਜੀ ਉਹ ਜਦ ਭਾਰਤ ਰਿਪੋਰਟ ਆਈ ਤਾਂ ਉਹ ਗਾਂਧੀ ਫਿਰ ਹੈਰਾਨ ਹੋ ਗਿਆ, ਉਹ ਕਹਿੰਦਾ ਵੀ ਸਾਨੂੰ ਜਾਣਾ ਚਾਹੀਦਾ ਸੀ। ਜੀ ਫਿਰ ਦੂਸਰੇ ਉਹ ਕਾਨਫਰੰਸ ਦੇ ਵਿੱਚ ਤਦੇ ਹੀ ਸ਼ਾਮਲ ਹੋਣ ਗਿਆ ਵੀ ਇਹ ਜਿਹੜੀ ਗੱਲ ਨੂੰ ਮੈਂ ਰੱਦ ਕਰਵਾ ਦੇਵਾਂ। ਜੀ ਔਰ ਉਹ ਤੁਸੀਂ ਦੇਖੋ ਵੀ ਉਹ ਤਾਂ ਮੁਹੰਮਦ ਅਲੀ ਜਿਨਾਹ ਨੂੰ ਵੀ ਮਿਲਿਆ ਸੀ ਜੀ ਵੀ ਤੂੰ ਸਾਡੇ ਨਾਲ ਆ, ਜੀ ਵੀ ਤੁਹਾਡੀਆਂ 14 ਮੰਗਾਂ ਅਸੀਂ ਮੰਨਦੇ ਆ, ਜੀ। ਵੀ ਡਾਕਟਰ ਅੰਬੇਡਕਰ ਦਾ ਵਿਰੋਧ ਕਰ। ਜੀ ਪਰ ਉਹ ਮੁਹੰਮਦ ਅਲੀ ਜਿਨਾਹ ਵੀ ਪਹਿਲਾਂ ਕਾਂਗਰਸ ਪਾਰਟੀ ਸੀ, ਜੀ ਕਿਉਂਕਿ ਉਹ ਤਦ ਉਹ ਮੁਸਲਿਮ ਲੀਗ 'ਚ ਗਿਆ ਸੀ ਵੀ ਇਹ ਕਿਨੂੰ ਸਾਨੂੰ ਕਿਤੇ ਮੁੜ ਕੇ ਦੇਵੀ ਦੇਵਤਿਆਂ ਦੀ ਪੂਜਾ ਨਾ ਕਰਨ ਲਾ ਦੇਣ। ਜੀ ਪਰ ਉਹਨੂੰ ਸਾਫ਼ ਜਵਾਬ ਦਿੱਤਾ ਵੀ ਡਾਕਟਰ ਅੰਬੇਡਕਰ ਜੋ ਗੱਲ ਕਹਿ ਰਿਹਾ ਬਿਲਕੁਲ ਸਹੀ ਹੈ, ਜੀ ਵੀ ਜੇ ਤੂੰ ਸਾਡੀਆਂ 14 ਮੰਗਾਂ ਨੂੰ ਮੰਨਦਾ ਇਹ ਤੇਰੀ ਮਰਜ਼ੀ ਹੈ, ਜੀ ਵੀ ਅਸੀਂ ਨਹੀਂ। ਫਿਰ ਉਹ ਤੁਸੀਂ ਦੇਖੋ ਵੀ ਉਹ ਜਿਹੜੀ ਕਾਨਫਰੰਸ ਦੇ ਵਿੱਚ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਕੋਈ ਨਿਰਣੇ ਨਹੀਂ ਲੈ ਸਕੀ। ਜੀ ਉਹਨੇ ਕਿਹਾ ਸੀ ਵੀ ਤੁਸੀਂ ਇੱਥੇ ਰਹਿਣਾ ਜਾਂ ਰਹੋ, ਵੀ ਅਸੀਂ ਆਪ ਹੀ ਫੈਸਲਾ ਕਰਨਾ। ਜੀ ਉਹ 17 ਅਗਸਤ 1932 ਨੂੰ ਜਿਹੜਾ ਉਹਨੇ ਐਲਾਨ ਕੀਤਾ ਕਮਿਊਨਲ ਵਾਰਡ, ਉਹ ਡਾਕਟਰ ਅੰਬੇਡਕਰ ਦੀ ਗੱਲ ਮੰਨੀ ਗਈ ਜੀ ਵੀ ਸਾਰਿਆਂ ਨੂੰ ਵੋਟ ਦਾ ਅਧਿਕਾਰ ਮਿਲੂ, ਨਾਰੀ ਜਾਤੀ ਨੂੰ ਵੀ ਮਿਲੂ, ਹੂੰ, ਪਰ ਜਿਹੜੇ ਐਸਸੀ ਤਾਂ ਐਸਟੀ ਆ ਜੀ ਇਹਨੂੰ ਡਬਲ ਵੋਟ ਦਾ ਅਧਿਕਾਰ ਮਿਲੂ। ਜੀ ਵੀ ਰਾਖਵਿਆਂ ਹਲਕਿਆਂ ਵਿੱਚ ਇਹ ਆਪਣੇ ਨੁਮਾਇੰਦੇ ਆਪ ਚੁਣਨਗੇ। ਜੀ ਗਾਂਧੀ ਇਹਦਾ ਹੀ ਤਾਂ ਵਿਰੋਧ ਕਰਦਾ ਸੀ। ਜੀ ਉਹਨੇ ਜਾਣੀ ਮਰਨ ਵਰਤ ਰੱਖ ਦਿੱਤਾ ਵੀ ਇਹ ਤਾਂ ਮੈਂ ਤਾਂ ਇਹਨਾਂ ਨੂੰ ਇੱਕ ਵੋਟ ਵੀ ਨਹੀਂ ਸੀ ਦਿਵਾਉਣਾ, ਤੁਸੀਂ ਦੋ ਦਿੱਤੀਆਂ। ਜੀ ਉਹਨੇ ਜਾਣੀ ਇਹ ਰੱਦ ਕਰਾਉਣ ਵਾਸਤੇ 20 ਸਤੰਬਰ ਨੂੰ ਮਰਨ ਵਰਤ ਰੱਖਿਆ। ਹਾਂਜੀ ਉਹ 24 ਸਤੰਬਰ ਨੂੰ ਜਾਣੀ ਦਬਾਅ ਥੱਲੇ ਪੂਨਾ ਸਮਝੌਤਾ ਮਿਲਿਆ ਔਰ ਉਹ ਜਾਣੀ ਦੋਹਰੀ ਵੋਟ ਦਾ ਅਧਿਕਾਰ ਖੁੱਸ ਗਿਆ ਜੀ ਔਰ ਉਹ ਜਿਹੜਾ ਜੁਆਇੰਟ ਇਲੈਕਟ੍ਰੇਟ ਆ ਜੀ ਉਹ ਸ਼ੁਰੂਆਤ ਹੋ ਗਈ। ਚਮਚਿਆਂ ਦੀ ਹਾਂ। ਪੈਦਾਵਾਰ ਸ਼ੁਰੂ ਹੋ ਗਈ। ਕਿਉਂਕਿ ਉਹ ਜਿਹੜਾ ਹੁਣ 1935 ਦਾ ਐਕਟ ਆ ਉਹ ਸੁਧਾਰ ਤੇ ਬਣਿਆ, ਜੀ ਯਾਨੀ ਜੋ ਗੱਲਬਾਤ ਹੋਈ ਸੀ ਉਹੀ ਭਾਰਤ ਦਾ ਮਿੰਨੀ ਕਨਸਟੀਟਿਊਸ਼ਨ। ਉਹ 1930-32 ਦੀਆਂ ਜਿਹੜੀਆਂ ਕਨਵੈਨਸ਼ਨ ਸਾਰਾ ਹੋਈਆਂ ਉਹਦਾ ਨਤੀਜਾ ਹਾਂ, ਸੀ। ਉਹ ਨਾਲੇ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਕਿ ਜਿਹੜੇ ਹੁਣ ਗਾਂ ਚੋਣਾਂ ਹੋਣਗੀਆਂ ਅਸੈਂਬਲੀ ਦੀਆਂ, ਮਿਊਨਿਸਪਲ ਕਮੇਟੀਆਂ ਦੀਆਂ, ਜੋ ਕੁਝ ਵੀ ਹੋਣਗੀਆਂ ਉਹ ਇਸ ਸੰਵਿਧਾਨ ਦੇ ਅਨੁਸਾਰ ਹੋਣਗੀਆਂ। ਜੀ। 1935 ਜੀ ਅੱਛਾ, 1937 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਿਹੋ ਜਿਹੇ ਆਏ, ਇਹਦੇ ਤੇ ਜਾਣਨਾ ਪਾਉਂਗੇ? ਕਿਉਂਕਿ ਉਹ ਦੇਖੋ ਪਹਿਲਾਂ ਉਹ 2 ਸਾਲ ਦਾ ਵਕਤ ਸੀ। ਜੀ 1935 ਚ ਤਾਂ ਉਹ ਮਿੰਨੀ ਕਨਸਟੀਟਿਊਸ਼ਨ ਬਣਿਆ। ਹੂੰ 2 ਸਾਲ ਕਿਉਂਕਿ ਕਾਂਗਰਸ ਕੋ ਬਹੁਤ ਪੈਸਾ ਸੀ, ਜੀ ਕਾਂਗਰਸ ਤਾਂ ਅਮੀਰਾਂ ਦੀ ਪਾਰਟੀ ਸੀ। ਜੀ ਫਿਰ ਉਹ ਜਿਹੜਾ ਗਾਂਧੀ ਆ ਉਹਨੇ ਐਲਾਨ ਕੀਤਾ ਸੀਗਾ ਵੀ ਪਹਿਲਾ ਭਾਰਤ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਬਣਾਉਣਾ। ਜੀ ਉਹਨਾਂ ਕੋਲ ਪੈਸਾ ਵੀ ਸੀ, ਫੰਡ ਵੀ ਸੀ, ਸਭ ਕੁਝ ਸੀ। ਜੀ ਦੂਸਰੀ ਜਿਹੜੀ ਮੁਸਲਿਮ ਲੀਗ ਵੀ ਸਟਰੋਂਗ ਪਾਰਟੀ ਸੀ, ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ ਸੀ। ਜੀ ਉਹਨਾਂ ਨੂੰ ਪਤਾ ਸੀ ਵੀ ਸਾਡੀ ਤਾਂ ਸ਼ੁਰੂਆਤ ਹੈ, ਜੀ ਪਰ ਫਿਰ ਵੀ ਤੁਸੀਂ ਦੇਖੋ ਵੀ ਉਹ ਜਿਹੜੇ ਰਿਜ਼ਲਟ ਆਏ, ਨਹਿਰੂ ਨੇ ਇੰਨਾ ਪ੍ਰਚਾਰ ਕੀਤਾ, ਜਗ੍ਹਾ ਜਗ੍ਹਾ ਤੇ ਜਾ ਕੇ ਕਿਹਾ ਵੀ ਜਿਹੜਾ ਗਾਂਧੀ ਇਜ਼ ਇੰਡੀਆ, ਜੀ ਵੀ ਜਿਹੜਾ ਇੰਡੀਆ ਦਾ ਭਵਿੱਖ ਆ ਉਹ ਕਾਂਗਰਸ ਦੇ ਵਿੱਚ ਹੀ ਹੈ। ਜੀ ਦੂਸਰੇ ਪਾਸੇ ਮੁਸਲਿਮ ਲੀਗ ਨੇ ਆਪਣਾ ਪ੍ਰਚਾਰ ਕੀਤਾ, ਜੀ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਭਾਵੇਂ ਦੇਖੋ ਇਹ ਪੂਨਾ ਸਮਝੌਤਾ ਗਲਤ ਹੋਇਆ ਸੀ, ਪਰ ਫਿਰ ਵੀ ਉਹ 17 ਸੀਟਾਂ ਬੰਬੇ ਦੇ ਵਿੱਚ ਜਿੱਤ ਗਏ। ਜੀ ਔਰ ਦੂਸਰੇ ਪਾਸੇ ਮੈਂ ਪੰਜਾਬ ਦਾ ਦੱਸਣਾ ਚਾਹੁੰਦਾ ਵੀ ਪੰਜਾਬ ਵੀ ਬਹੁਤ ਵੱਡਾ ਸੂਬਾ ਸੀ, ਜੀ ਪਰ ਇੱਥੇ ਯੂਨੀਅਨਿਸਟ ਪਾਰਟੀ ਜਿਹੜੀ ਸੀ ਉਹ ਮੁਸਲਮਾਨਾਂ ਦੀ ਸੀ। ਜੀ ਆਦ ਧਰਮ ਮੰਡਲ ਜਿਹੜਾ ਬਾਬੂ ਮੰਗੂ ਰਾਮ ਨੇ ਬਣਾਇਆ ਸੀ, ਜੀ ਇਹਨਾਂ ਦਾ ਗੱਠਜੋੜ ਬਣ ਗਿਆ ਸੀ। ਜੀ ਇਹਨੇ ਵੀ 8 ਸੀਟਾਂ ਤੇ ਚੰਗਾ ਪ੍ਰਦਰਸ਼ਨ ਕੀਤਾ, ਪਰ ਜਿਹੜੀ ਜਲੰਧਰ ਦੀ ਸੀਟ ਆ ਉਹ ਸੇਠ ਕਿਸ਼ਨਦਾਸ ਕਲੇਰ ਨੇ ਮਾਸਟਰ ਗੁਰਵੰਤਾ ਸਿੰਘ ਨੂੰ ਹਰਾ ਕੇ ਜਿੱਤ ਲਈ ਸੀ।
ਜੀ ਕਿਉਂਕਿ ਇਹ ਵੀ ਬਹੁਤ ਵੱਡਾ ਪਰਿਵਰਤਨ ਸੀ। ਜੀ ਪਰ ਬੜੀ ਤਾਂ ਗੱਲ ਆ ਵੀ ਜਿਹੜੀ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ 17 ਸੀਟਾਂ ਬਾਬਾ ਸਾਹਿਬ ਦੀ ਇੰਡੀਪੈਂਡੈਂਟ ਲੇਬਰ ਪਾਰਟੀ ਨੇ ਜਿੱਤੀਆਂ, ਉਹਨੇ ਥੜਥਲ ਮਚਾ ਦਿੱਤਾ। ਜੀ ਉਹਨੇ ਕਿਹਾ ਵੀ ਅੰਗਰੇਜ਼ਾਂ ਦੇ ਹੁੰਦਿਆਂ ਛੂਤ ਛਾਤ ਖਤਮ ਹੋਣੀ ਚਾਹੀਦੀ ਹੈ, ਜੀ ਵਿਗਾੜ ਵੀ ਖਤਮ ਹੋਣੀ ਚਾਹੀਦੀ ਹੈ। ਜੀ ਇਹ ਇੱਕ ਬਹੁਤ ਵੱਡਾ ਪਰਿਵਰਤਨ ਸੀ। ਜੀ ਅੱਛਾ, 1939 ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਨਾਲ ਕਿਵੇਂ ਸਥਿਤੀ ਬਦਲੀ? ਕਿਉਂਕਿ ਦੇਖੋ ਜਿਹੜਾ ਯੁੱਧ ਦਾ ਕਿਸੇ ਨੂੰ ਪਤਾ ਨਹੀਂ ਸੀ, ਜੀ ਕਿਉਂਕਿ ਸਾਰੇ ਲੋਕ ਸ਼ਾਂਤਮਈ ਵਸ ਰਹੇ ਸਨ। ਪਰ ਜਿਹੜਾ ਜਰਮਨ ਦਾ ਅਡੋਲਫ ਹਿਟਲਰ ਸੀ, ਜੀ ਉਹ ਤਾਨਾਸ਼ਾਹ ਸੀ, ਜੀ ਕਿਉਂਕਿ ਉਹ ਜਿਹੜੇ ਪਹਿਲੇ ਵਿਸ਼ਵ ਯੁੱਧ ਦਾ ਉਹ ਬਦਲਾ ਲੈਣਾ ਚਾਹੁੰਦਾ ਸੀ ਜੀ ਵੀ ਅਸੀਂ ਉਦੋਂ ਹਾਰ ਗਏ ਆ, ਵੀ ਹੁਣ ਅਸੀਂ ਇਹਨਾਂ ਨੂੰ ਹਰਾਵਾਂਗੇ। ਜੀ ਜਾਣੀ ਉਹਨੂੰ ਇੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਮਿਲਣ ਵੀ ਗਿਆ ਸੀ, ਜੀ ਨੈਵਲ ਚੈਂਬਰਲੈਨ। ਜੀ ਉਹ ਜਾਣੀ ਉਹਨੂੰ ਕਿਹਾ ਵੀ ਅਸੀਂ ਤਾਂ ਜੋ ਕੁਝ ਕਰਦੇ ਠੀਕ ਕਰਦੇ। ਜੀ ਫਿਰ ਜਾਣੀ ਇੱਥੇ ਦੀ ਪਾਰਲੀਮੈਂਟ ਨੇ ਕਿਹਾ ਵੀ ਇਹ ਤਾਂ ਮਾੜੀ ਗੱਲ ਆ ਵੀ ਜੇ ਭਾਵੇਂ ਉਹ ਆਸਟਰੀਆ ਨੂੰ ਦਬਾ ਗਿਆ, ਪੋਲੈਂਡ ਨੂੰ ਦਬਾ ਗਿਆ, ਵੀ ਫਿਰ ਤਾਂ ਉਹਨੇ ਇੱਥੇ ਨੂੰ ਹੀ ਆਉਣਾ। ਜੀ ਉਹਨੇ ਕਿਹਾ ਵੀ ਉਹਨੂੰ ਰੋਕਣਾ ਚਾਹੀਦਾ। ਜੀ ਫਿਰ ਇੱਥੇ ਦੀ ਪਾਰਲੀਮੈਂਟ ਨੇ ਕਿਹਾ ਵੀ ਸਾਂਝੀ ਸਰਕਾਰ ਬਣਾਓ। ਫਿਰ ਜਿਹੜਾ ਵਿੰਸਟਨ ਚਰਚਿਲ ਇੱਥੇ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ ਲੇਬਰ ਪਾਰਟੀ ਦਾ ਕਲੈਮਨ ਐਟਲੀ ਜੀ ਡਿਪਟੀ ਪ੍ਰਾਈਮ ਮਿਨਿਸਟਰ ਬਣਿਆ। ਜੀ ਇਹਨੇ ਕਿਹਾ ਵੀ ਅਸੀਂ ਉਹਦੇ ਨਾਲ ਨਿਪਟਾਂਗੇ। ਇਸ ਕਰਕੇ ਫਿਰ ਯੁੱਧ ਦੀ ਸ਼ੁਰੂਆਤ ਹੋ ਗਈ ਔਰ ਤਾਂ ਪ੍ਰਭਾਵ ਤਾਂ ਪੈਣਾ ਹੀ ਸੀ, ਜੀ ਕਿਉਂਕਿ ਇੰਡੀਆ ਦੇ ਵਿੱਚ ਵੀ ਜਿਹੜੀਆਂ ਸੂਬਾਈ ਸਰਕਾਰਾਂ ਸੀ ਉਹਨਾਂ ਦਾ ਵੀ ਕੰਮ ਸਲੋ ਹੋ ਗਿਆ। ਜੀ ਅੱਛਾ, ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬ, ਅਨੁਸੂਚਿਤ ਜਾਤੀ ਜਨਜਾਤੀ, ਮੁਸਲਮਾਨ ਦੇ ਮੁੱਦੇ ਤੇ ਗਾਂਧੀ ਅਤੇ ਕਾਂਗਰਸ ਕਿਵੇਂ ਉਲਝ ਗਈ? ਪਾਕਿਸਤਾਨ ਦੇ ਹੋਂਦ ਵਿੱਚ ਆਉਣ ਵਾਸਤੇ ਕਿਹੜੀਆਂ ਧਿਰਾਂ ਦੀ ਭੂਮਿਕਾ ਹੈ? ਇਹਦੇ ਤੇ ਥੋੜ੍ਹਾ ਜਿਹਾ ਚਾਨਣਾ ਪਾਓਗੇ? ਕਿਉਂਕਿ ਦੇਖੋ ਜਿਸ ਵੇਲੇ ਗੋਲਮੇਜ਼ ਕਾਨਫਰੰਸਾਂ ਹੋਈਆਂ ਸਨ, ਜੀ ਕਿਉਂਕਿ ਗਾਂਧੀ ਸਿਰਫ ਜਿਹੜੇ ਸ਼ੈਡਿਊਲਡ ਕਾਸਟ ਦਾ ਸ਼ਡਿਊਲਡ ਟ੍ਰਾਈਬਸ ਹੈ, ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਉਹਨਾਂ ਦੀ ਗੱਲ ਕਰਦੇ, ਉਹਨਾਂ ਦੀ ਵਿਰੋਧਤਾ ਕਰਦਾ ਸੀ। ਜੀ ਮੁਸਲਮਾਨਾਂ ਦੀਆਂ 14 ਮੰਗਾਂ ਤਾਂ ਉਹਨੂੰ ਉਦੋਂ ਹੀ ਸਵੀਕਾਰ ਕਰ ਲਈਆਂ ਸੀ। ਜੀ ਪਰ ਉਹ ਜਾਣੀ ਜਿਹੜੇ ਬਾਬਾ ਸਾਹਿਬ ਨੇ ਜੋ ਕੋ ਲੈ ਕੇ ਦਿੱਤਾ ਸੀ ਉਹ ਉਹਨੂੰ ਮਰਨ ਵਰਤ ਰੱਖ ਕੇ ਬਦਲ ਦਿੱਤਾ। ਜੀ ਕਿਉਂਕਿ ਉਹ ਵੀ ਇੱਕ ਸਮੱਸਿਆ ਹੋ ਗਈ। ਮੁਸਲਮਾਨ ਕਹਿੰਦੇ ਵੀ ਇਹ ਤਾਂ ਜਦ 14 ਮੰਗਾਂ ਮੰਨ ਲਈਆਂ ਜੀ ਵੀ ਫੇਰ ਕਿਤੇ ਸਾਨੂੰ ਫੇਰ ਨਾ ਦਬਾਉਣ। ਜੀ ਉਨੀ ਫਿਰ ਜਾਣੀ ਮੁਸਲਮਾਨਾਂ ਨੇ 1940 ਚ ਕਿਹਾ ਵੀ ਸਾਨੂੰ ਤਾਂ ਅਲੱਗ ਦੇਸ਼ ਚਾਹੀਦਾ, ਜੀ ਵੀ ਨਾ ਅਸੀਂ ਵਿਨਾਇਕ ਸਾਵਰਕਰ ਦੀ ਲੀਡਰਸ਼ਿਪ ਐਕਸੈਪਟ ਕਰਦੇ ਹਾਂ, ਨਾ ਗਾਂਧੀ ਤਾਂ ਨਹਿਰੂ ਦੀ, ਜੀ ਵੀ ਸਾਨੂੰ ਇਹਨਾਂ ਤੇ ਇਤਬਾਰ ਹੀ ਨਹੀਂ, ਜੀ ਵੀ ਨਹੀਂ ਤਾਂ ਸਾਨੂੰ ਭਾਰਤ ਦੇ ਵਿੱਚ ਸਾਡੇ ਮੁਸਲਮਾਨ ਰਹਿਣ ਹੀ ਨਹੀਂ ਦੇਣਾ, ਜੀ ਇਸ ਕਰਕੇ ਸਾਨੂੰ ਅਲੱਗ ਦੇਸ਼ ਚਾਹੀਦਾ। ਜੀ ਤੁਸੀਂ ਦੇਖੋ ਵੀ ਇਦਾਂ ਦਾ ਮਸਲਾ ਸੀ। ਉਹ ਗਾਂਧੀ ਤਾਂ ਨਹਿਰੂ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਸੀ, ਜੀ ਉਹ ਦਿੱਤਾ ਨਹੀਂ। ਪਰ ਦੂਸਰੇ ਪਾਸੇ ਉਹ ਜਾਣੀ ਗਾਂਧੀ ਤੇ ਕਾਂਗਰਸ ਨੇ ਕਿਹਾ ਵੀ ਇਹ ਜਿਹੜਾ ਰਾਖਵਾਂਕਰਨ ਲਾਗੂ ਹੋ ਗਿਆ, ਜੀ ਵੀ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਤਾਂ ਅਸੀਂ ਲਾਗੂ ਹੀ ਨਹੀਂ ਹੋਣ ਦੇਣਾ। ਜੀ ਜਗਜੀਵਨ ਰਾਮ ਸਾਡੇ ਨਾਲ ਆ, ਹੋ ਰਿਹਾ ਜੀ ਵੀ ਇਹਨਾਂ ਨੂੰ ਤਾਂ ਜੋ ਕੋ ਮਰਜ਼ੀ ਦੇ ਕੇ ਮਿਨਿਸਟਰ ਬਣਾ ਦਿਓ। ਜੀ ਇਸ ਕਰਕੇ ਦੋ ਜਿਹੜੇ ਇਸ਼ੂ ਸੀਗੇ ਇਹ ਤਾਂ ਇਹ ਤੇ ਕਾਂਗਰਸ ਉਲਝ ਗਈ। ਜੀ ਹੁਣ ਉਹ ਤੁਸੀਂ ਦੇਖੋ ਵੀ ਜਿਹੜਾ ਉਹ 14 ਮੰਗਾਂ ਮੰਨਦੇ ਸੀ ਉਹ ਤਾਂ ਪਾਕਿਸਤਾਨ ਮੰਗਦੇ ਨਹੀਂ ਸੀ, ਜੀ ਉਹ ਪਾਕਿਸਤਾਨ ਵੱਲ ਵੱਧ ਗਏ ਔਰ ਬਾਬਾ ਸਾਹਿਬ ਨੂੰ ਜ਼ਿਆਦਾ ਜ਼ਬਰਦਸਤ ਸੰਘਰਸ਼ ਕਰਨਾ ਪਿਆ, ਕਿਉਂਕਿ ਉਹਨੇ 1942 ਦੇ ਵਿੱਚ ਸ਼ਡਿਊਲਡ ਕਾਸਟ ਫੈਡਰੇਸ਼ਨ ਬਣਾ ਕੇ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕੀਤਾ। ਚੌਹਾਨ ਸਾਹਿਬ, ਤੁਹਾਡੇ ਪ੍ਰੋਗਰਾਮ ਨੂੰ ਜੋ ਲੋਕ ਪਸੰਦ ਕਰਦੇ ਆ ਉਹਨਾਂ ਦੇ ਕੁਝ ਇੱਕ ਟੈਲੀਫੋਨ ਆਏ ਹਨ ਔਰ ਉਹਨਾਂ ਨੂੰ ਸ਼ਾਮਲ ਕਰਨਾ ਵੀ ਬਹੁਤ ਜ਼ਰੂਰੀ ਹੈ। ਰਾਮ ਪ੍ਰਕਾਸ਼ ਮਮਨ ਜੀ, ਉਹ ਕਹਿੰਦੇ ਹੈਪੀ ਬਰਥਡੇ ਮਦਨ ਸਰੋਏ, ਸੁਭਾਸ਼ ਚੰਦਰ ਬੋਸ ਜੀ ਅਤੇ ਸੁਨੀਲ ਚੌਹਾਨ, ਫੈਂਟੈਸਟਿਕ ਪ੍ਰੋਗਰਾਮ ਐਜ਼ ਯੂਜੂਅਲ। ਸੋਢੀ ਰਾਮ ਕਮਲੇਸ਼, ਰਾਕੇਸ਼ ਜਸਲ, ਵੈਰੀ ਗੁੱਡ ਪ੍ਰੋਗਰਾਮ। ਮੂਰਤੀ ਮੱਲ, ਭਜਨੋ ਮੱਲ, ਵੈਲਕਮ ਬੈਕ ਕਰਦੇ ਆ ਜੀ। KL ਚਾਂਦ ਬੈਡਫੋਰਡ ਤੋਂ ਹੈਪੀ ਬਰਥਡੇ ਮਦਨ ਸਰੋਏ ਨੂੰ ਕਰਦੇ ਆ। ਦੇਵਲਾਲ ਬਖਸ਼ੋ ਸੁਮਨ, ਬੀਬੀ ਬਚਨੀ, ਵੈਰੀ ਨੋਲੇਜੇਬਲ ਪ੍ਰੋਗਰਾਮ, ਹੈਪੀ ਬਰਥਡੇ ਮਦਨ ਸਰੋਏ। ਸ਼ਾਦੀ ਸਤਿਆ ਸਲਣ, ਐਕਸੀਲੈਂਟ ਪ੍ਰੋਗਰਾਮ। ਕੁਲਦੀਪ ਜਸਵਿੰਦਰ ਮੈਮੀ, ਵੈਰੀ ਗੁੱਡ ਪ੍ਰੋਗਰਾਮ।
ਮਦਨ ਸਰੋਏ ਲੰਡਨ ਤੋਂ ਖੁਦ ਪ੍ਰੋਗਰਾਮ ਟੈਲੀਫੋਨ ਕਰਦੇ ਆ, ਕਹਿੰਦੇ ਥੈਂਕ ਯੂ ਦਿਸ ਫੈਂਟੈਸਟਿਕ ਪ੍ਰੋਗਰਾਮ ਔਨ ਮਾਈ ਬਰਥਡੇ, ਯੂ ਆਰ ਦਾ ਬੈਸਟ। ਜਗਦੀਸ਼ ਸਮਿਤਰੀ ਦਾਦਰਾ, ਫੈਂਟੈਸਟਿਕ ਪ੍ਰੋਗਰਾਮ। ਨਿਰਮਲਾ ਭਾਟੀਆ, very good program. Want to pay Shraddhanjali to her dad Atmaram, who died 37 years ago. Ramesh Meena Dadra, very knowledgeable program. Harmesh Satya Jasal, very good program. Rampal Mindo Challi, Darlaston, fantastic program. ਪ੍ਰੇਮ ਚਮਕੀਲਾ, ਗੁੱਡ ਪ੍ਰੋਗਰਾਮ। ਅਲੀਸ਼ਾ ਚੌਹਾਨ, ਤੁਹਾਡੀ ਪੋਤੀ ਆ ਜੀ, ਵੈਰੀ ਗੁੱਡ ਪ੍ਰੋਗਰਾਮ, ਗਲੈਡ ਟੂ ਸੀ ਯੂ ਔਨ ਲੋਟਸ। ਆਂਟੀ ਨੰਜੋ ਰਤੂ, ਵੈਰੀ ਗੁੱਡ ਪ੍ਰੋਗਰਾਮ। ਅਸੀਂ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਤੁਹਾਡੀ ਫੀਡਬੈਕ ਦੇ ਨਾਲ ਸਾਡਾ ਹੌਸਲਾ ਵੱਧਦਾ ਆ। ਸਾਨੂੰ ਇਹ ਮਹਿਸੂਸ ਹੁੰਦਾ ਆ ਕਿ ਜੋ ਚੌਹਾਨ ਸਾਹਿਬ ਇੰਨੀ ਮਿਹਨਤ ਕਰਕੇ ਤੁਹਾਨੂੰ ਹਿਸਟਰੀ ਬਾਰੇ ਦੱਸਦੇ ਆ, ਉਸ ਦਾ ਪਤਾ ਲੱਗਦਾ। ਸੋ ਇਸ ਲਈ ਇੱਕ ਵਾਰ ਮੈਂ ਤੁਹਾਡਾ ਫਿਰ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਚੌਹਾਨ ਸਾਹਿਬ, 1945 ਵਿੱਚ ਦੂਸਰਾ ਵਿਸ਼ਵ ਯੁੱਧ ਖਤਮ ਹੋਣ ਉਪਰੰਤ ਅਤੇ ਯੂਕੇ ਸਰਕਾਰ ਨੇ ਇੰਡੀਆ ਨੂੰ ਆਜ਼ਾਦ ਕਰਨ ਦਾ ਨਿਰਣੇ ਲਿਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ? ਕਿਉਂਕਿ ਦੇਖੋ ਜਿਹੜਾ ਉਹ ਯੁੱਧ ਹੈ, ਬਹੁਤ ਖੁਸ਼ੀ ਹੋਈ ਕਿ ਜਿਹੜਾ ਹਿਟਲਰ ਨੂੰ ਹਰਾ ਦਿੱਤਾ ਗਿਆ ਜੀ। ਕਿਉਂਕਿ ਯੂਰਪ ਦੇ ਵਿੱਚ ਜਿਹੜਾ ਵਿਕਟਰੀ ਡੇ ਮਨਾਇਆ ਜਾਂਦਾ ਉਹ 8 ਮਈ 1945 ਨੂੰ ਮਨਾਇਆ ਜਾਂਦਾ ਜੀ। ਕਿਉਂਕਿ ਇਹ ਨਹੀਂ ਉਹ ਜਦ ਜਿੱਤ ਲਿਆ। ਔਰ ਉਹ ਤੁਸੀਂ ਦੇਖੋ ਵੀ ਇਹਦੇ ਵਿੱਚ ਭਾਰਤ ਦੇ ਵਿੱਚ ਵੀ ਖੁਸ਼ੀ ਹੋਈ ਜੀ, ਕਿਉਂਕਿ ਭਾਰਤ ਇਹਨਾਂ ਦੀ ਕਾਲੋਨੀ ਕਰਕੇ ਜਿਹੜਾ ਪਹਿਲਾ ਵਿਸ਼ਵ ਯੁੱਧ ਸੀ ਉਹ 'ਚ 74,000 ਲੋਕਾਂ ਨੇ ਸ਼ਹੀਦੀ ਦਿੱਤੀ ਸੀ ਜੀ। ਇਸ ਯੁੱਧ ਦੇ ਵਿੱਚ ਵੀ ਬਹੁਤ ਸ਼ਹੀਦੀ ਦਿੱਤੀ ਜੀ, ਕਿਉਂਕਿ ਉਹਨੇ ਕਿਹਾ ਵੀ ਜਦ ਵੀ ਆਜ਼ਾਦੀ ਮਿਲਣੀ ਇਹਨਾਂ ਕੋਲੇ ਮਿਲਣੀ ਹੈ। ਜੀ। ਕਿਉਂਕਿ ਜਿਸ ਤਰ੍ਹਾਂ ਨੇਤਾ ਜੀ ਸੁਭਾਸ਼ ਚੰਦਰ ਦਾ ਅੱਜ ਜਨਮ ਦਿਨ ਵੀ ਹੈ, ਹਾਂਜੀ। ਉਹਨਾਂ ਦੇ ਵਿਚਾਰ ਅਲੱਗ ਸੀ, ਜੀ, ਕਿਉਂਕਿ ਉਹ ਕਹਿੰਦੇ ਸਨ ਬਈ ਅਸੀਂ ਲੜ ਕੇ ਆਜ਼ਾਦੀ ਲੈਣੀ ਜੀ। ਪਰ ਦੇਖੋ ਇਹ ਉਹਨਾਂ ਦੇ ਵਿਚਾਰ ਸਨ। ਪਰ ਐਡੇ ਮੁਲਕ ਨੂੰ ਆਜ਼ਾਦ ਕਰਨ ਲਈ ਸੰਵਿਧਾਨ ਚਾਹੀਦਾ ਜੀ, ਪਹਿਲਾਂ ਸੰਵਿਧਾਨ ਦਾ ਨਿਰਮਾਣ ਹੋਣਾ ਚਾਹੀਦਾ ਜੀ। ਪਰ ਇੱਥੇ ਦਾ ਜਿਹੜਾ ਕਲੈਮੈਂਟ ਐਟਲੀ ਸੀ ਉਹ ਬਹੁਤ ਸੂਝਵਾਨ ਸੀ ਜੀ, ਉਹ ਲੇਬਰ ਦਾ ਲੀਡਰ ਸੀ, ਕਿਉਂਕਿ ਉਹ ਡਿਪਟੀ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਵਾਰ 'ਚ ਹੀ ਗੁਜ਼ਰਿਆ ਸੀ। ਜੀ, ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ ਫਰੈਂਕਲਿਨ ਰੂਜ਼ਵੈਲਟ, ਉਹਨੇ ਵਾਰ ਦੇ ਦੌਰਾਨ ਹੀ 2 ਵਾਰੀ ਕਿਹਾ ਸੀ ਵੀ ਇੰਡੀਆ ਨੂੰ ਆਜ਼ਾਦ ਕਰ ਦੇ, ਜੀ, ਪਰ ਚਰਚਲ ਨਹੀਂ ਸੀ ਮੰਨਦਾ। ਜੀ, ਪਰ ਉਹ ਫਿਰ ਮੰਨ ਗਿਆ ਵੀ ਚਲੋ ਪਹਿਲਾਂ ਲੜਾਈ ਤਾਂ ਜਿੱਤ ਲਈਏ। ਜੀ, ਫਿਰ ਜਦ ਲੜਾਈ ਜਿੱਤ ਲਈ ਤਾਂ ਇੱਥੇ ਚੋਣਾਂ ਹੋਈਆਂ ਜੀ, 1945 ਦੇ ਵਿੱਚ। ਜੀ, ਉਹ ਜਦ ਜੁਲਾਈ 'ਚ ਚੋਣਾਂ ਜਿੱਤ ਹੋਈਆਂ ਤਾਂ ਉਹ ਚਰਚਲ ਹੀ ਹਾਰ ਗਿਆ, ਪਾਰਟੀ ਹਾਰ ਗਈ, ਜੀ, ਤਾਂ ਲੇਬਰ ਦੀ ਸਰਕਾਰ ਬਣ ਗਈ। ਫਿਰ ਉਹ ਕਲੈਮੈਂਟ ਐਟਲੀ ਨੇ ਜਾਣੀ ਪਹਿਲੇ ਸੈਸ਼ਨ 'ਤੇ ਕਿਹਾ ਵੀ ਅਸੀਂ ਇੰਡੀਆ ਨੂੰ ਆਜ਼ਾਦ ਕਰਨ ਦਾ ਕਾਨੂੰਨ ਬਣਾ ਰਹੇ ਹਾਂ। ਜੀ, ਉਸ ਕਾਨੂੰਨ ਦੇ ਅਨੁਸਾਰ ਇਹ ਆਜ਼ਾਦੀ ਮਿਲੀ, ਜੀ, ਕਿਉਂਕਿ ਉਹਨੇ ਕਿਹਾ ਵੀ ਅਸੀਂ ਮਤਲਬ ਉਹ ਜਿਹੜਾ ਕਾਨੂੰਨ ਆ ਉਹਦੇ ਅਨੁਸਾਰ ਇਹ ਚੋਣਾਂ ਕਰਾਵਾਂਗੇ। ਜਿੱਦਾਂ ਪਹਿਲੀਆਂ ਸੂਬਾਈ ਚੋਣਾਂ ਤਾਂ ਹੋਈਆਂ ਸੀ 1937 'ਚ, ਜੀ, ਵੀ ਉਹ ਭਾਰਤ 'ਚ ਕਰਾਵਾਂਗੇ। ਜੀ। ਹਾਂਜੀ। ਅੱਛਾ, 1946 ਵਿੱਚ ਸੰਵਿਧਾਨ ਸਭਾ ਕਿਵੇਂ ਹੋਂਦ ਵਿੱਚ ਆਈ, ਇਹਦੇ ਤੇ ਥੋੜਾ ਜਿਹਾ ਚਾਨਣਾ ਕਿਉਂਕਿ ਇਹ ਵੀ ਦੇਖੋ ਵੀ ਉਹ ਜਿਹੜਾ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਸੀ ਇੰਡੀਪੈਂਡੈਂਸ ਐਕਟ, ਜੀ, ਉਹਦੀ ਪਹਿਲੀ ਧਾਰਾ ਇਹ ਹੈਗੀ ਆ ਵੀ ਜਿਹੜੀ ਸੂਬਿਆਂ ਦੀਆਂ ਚੋਣਾਂ ਹੋਣ। ਜੀ, ਕਿਉਂਕਿ ਤੁਸੀਂ ਦੇਖੋ ਵੀ ਅੰਗਰੇਜ਼ਾਂ ਨੇ ਤਾਂ ਕੋਈ ਹੋਰ ਮੁਲਕ ਦੀ ਗੱਲ ਹੀ ਨਹੀਂ ਸੀ ਕੀਤੀ। ਜੀ, ਉਹਨੇ ਕਿਹਾ ਵੀ ਜਿੰਨੇ ਸੂਬੇ ਆ ਜਿਨ੍ਹਾਂ ਦੀਆਂ 37 'ਚ ਚੋਣਾਂ ਹੋਈਆਂ ਸੀ, ਚੋਣਾਂ ਹੋਣ, ਉਹ ਜਿਹੜੇ ਐਮਐਲਏ ਬਣਨ, ਉਹ ਆਪਣੀਆਂ ਵੋਟਾਂ ਨਾਲ ਉਹ ਜਾਣੀ ਕੌਂਸਟੀਚੂਐਂਟ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਨ। ਜੀ, ਉਹ ਜਾਣੀ ਉਸੇ ਅਨੁਸਾਰ ਹੋਣਾ ਸੀ ਸਭ ਕੁਝ। ਜੀ, ਹੁਣ ਉਹ ਤੁਸੀਂ ਦੇਖੋ ਵੀ ਉਹ ਇਹ ਤਾਂ ਕਾਨੂੰਨ ਬਣਾ ਸਕਦੇ ਸੀ। ਜੀ, ਉਹ ਜਾਣੀ ਕਾਂਗਰਸ ਨੇ ਜੈਦ ਫੜੀ ਹੋਈ ਸੀ ਵੀ ਜੋ ਡਾਕਟਰ ਅੰਬੇਡਕਰ ਕਹਿੰਦਾ ਵੀ ਉਹ ਨਹੀਂ ਹੋਣ ਦੇਣਾ। ਜੀ, ਵੀ ਜੇ ਉਹਨਾਂ ਦੇ ਮੈਂਬਰ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਜਿੱਤ ਗਏ ਵੀ ਫੇਰ ਤਾਂ ਉਹਨੂੰ ਭੇਜਣਾ। ਜੀ, ਇਸ ਕਰਕੇ ਉਹਨੇ ਉਸ ਇਸ਼ੂ ਤੇ ਲੜੀਆਂ। ਔਰ ਦੇਖੋ ਇਹ ਨਹੀਂ ਸੋਚਿਆ ਵੀ ਪਾਕਿਸਤਾਨ ਨੂੰ ਵੀ ਕਿਸ ਤਰ੍ਹਾਂ ਰੋਕਿਆ ਜਾ ਸਕਦਾ। ਜੀ, ਪਰ ਫਿਰ ਵੀ ਉਹ ਤੁਸੀਂ ਦੇਖੋ ਵੀ ਜਿਹੜੀ ਕੌਂਸਟੀਚੂਐਂਟ ਅਸੈਂਬਲੀ ਦੇ ਜਿਹੜੇ ਰਿਜ਼ਲਟ ਆਏ ਆ, ਜੀ, ਉਹ 'ਚ ਕਾਂਗਰਸ ਦਾ ਬਹੁਮਤ ਆਇਆ। ਜੀ, ਔਰ ਬਹੁਮਤ ਆਉਣ ਨਾਲ ਹੀ ਜਾਣੀ ਬ੍ਰਿਟਿਸ਼ ਗਵਰਨਮੈਂਟ ਨੇ ਜਵਾਹਰ ਲਾਲ ਨਹਿਰੂ ਨੂੰ ਇੰਟਰਮ ਪ੍ਰਾਈਮ ਮਿਨਿਸਟਰ ਅਪਾਇੰਟ ਕਰ ਦਿੱਤਾ ਜੀ, ਸਾਰੇ ਇੰਡੀਆ ਦਾ। ਜੀ।
ਉਹ ਫਿਰ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈਗੀ ਗੱਲਬਾਤ ਕਰ ਲਓ। ਉਹ ਗੱਲਬਾਤ ਦੇ ਵਿੱਚ ਫੇਲ ਹੋ ਗਏ ਜੀ ਕਿਉਂਕਿ ਉਹ ਜਿਹੜਾ ਮੁਹੰਮਦ ਅਲੀ ਜਿਨਾਹ ਕਹਿੰਦਾ ਸੀ ਵੀ ਸਾਡੀ ਪੂਰੀ ਨੁਮਾਇੰਦਗੀ ਚਾਹੀਦੀ ਹੈ। ਜੀ ਇਹ ਨਹਿਰੂ ਹੁਣੀ ਕਹਿੰਦੇ ਸੀਗੇ ਵੀ ਤੁਸੀਂ ਸਾਡੇ ਥੱਲੇ ਕੰਮ ਕਰੋ। ਜੀ ਉਹਨੇ ਕਿਹਾ ਵੀ ਅਸੀਂ ਥੱਲੇ ਕੰਮ ਨਹੀਂ ਕਰਨਾ, ਜੀ ਬਰਾਬਰ ਹੋ ਕੇ ਤਾਂ ਕਰ ਸਕਦੇ ਹਾਂ, ਜੀ ਵੀ ਨਹੀਂ ਤਾਂ ਫਿਰ ਪਾਕਿਸਤਾਨ ਤਾਂ ਅਸੀਂ ਮੰਗਦੇ ਹੀ ਹਾਂ। ਜੀ ਉਹ ਤੁਸੀਂ ਦੇਖੋ ਵੀ ਉਹਨੇ ਜਾਣੀ ਉਹਦੇ ਨਾਲ ਮਿਲ ਕੇ ਕੰਮ ਨਹੀਂ ਕੀਤਾ ਔਰ ਪਾਕਿਸਤਾਨ ਬਣਨਾ ਜਾਣੀ ਸਵੀਕਾਰ ਕਰ ਲਿਆ। ਜੀ ਔਰ ਉਹ ਜਿਹੜਾ ਪਾਕਿਸਤਾਨ ਦਾ ਜਿਹੜਾ ਡਾਕੂਮੈਂਟ ਆ ਉਹ ਉੱਤੇ ਜਵਾਹਰ ਲਾਲ ਨਹਿਰੂ ਦੇ ਪਹਿਲੇ ਦਸਖਤ ਆ। ਜੀ ਬਾਅਦ ਚ ਮੁਹੰਮਦ ਅਲੀ ਜਿਨਾਹ ਦੇ ਮਾਊਂਟ ਬੈਟਨ ਤੇ ਬ੍ਰਿਟਿਸ਼ ਗਵਰਨਮੈਂਟ ਵੱਲੋਂ ਕੀਤੇ ਆ। ਜੀ ਪਰ ਦੂਸਰੇ ਪਾਸੇ ਫਿਰ ਦੇਖੋ ਉਹ ਸੰਵਿਧਾਨ ਸਭਾ ਵੀ ਅਲੱਗ ਹੋ ਗਈ। ਜੀ ਜਿਹੜੇ ਮੈਂਬਰ ਉਧਰੋਂ ਜਿੱਤੇ ਸੀ ਉਹ ਪਾਕਿਸਤਾਨ ਦੀ ਸੰਵਿਧਾਨ ਸਭਾ ਹੋ ਗਈ, ਜਿਹੜੇ ਇੱਧਰਲੇ ਸੀ ਉਹ ਇੰਡੀਆ ਦੀ ਹੋ ਗਈ। ਔਰ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਸੀਟ ਬੰਗਾਲ ਚੋਂ ਜਿੱਤੀ ਸੀ ਉਹ ਵੀ ਉਹਨੇ ਉੱਧਰ ਕਰ ਦਿੱਤੀ ਸੀ। ਜੀ ਪਰ ਉਹ ਵੀ ਜਾਣੀ ਬ੍ਰਿਟਿਸ਼ ਗਵਰਨਮੈਂਟ ਨੇ ਜਾਣੀ ਦਖਲ ਦੇ ਕੇ ਉਹਨਾਂ ਨੂੰ ਪੂਨਾ ਦੀ ਸੀਟ ਦਵਾਈ। ਜੀ ਇਸ ਕਰਕੇ ਜਿਹੜੀ ਇੰਡੀਆ ਦੀ ਜਿਹੜੀ ਸੰਵਿਧਾਨ ਸਭਾ ਸੀ ਉਹਨੇ ਫਿਰ ਇੰਡੀਆ ਦਾ ਸੰਵਿਧਾਨ ਬਣਾਇਆ। ਜੀ ਅੱਛਾ, ਪਾਕਿਸਤਾਨ ਕਿਵੇਂ ਅਲੱਗ ਦੇਸ਼ ਬਣ ਗਿਆ ਇਹਦੇ ਤੇ ਜਰਾ ਦੇਖੋ ਆਪਾਂ ਦੱਸ ਹੀ ਦਿੱਤਾ। ਜੈ ਹਾਂ ਪਰ ਫਿਰ ਵੀ ਤੁਸੀਂ ਦੇਖੋ ਵੀ ਆਮ ਕਿਹਾ ਜਾਂਦਾ ਜੀ ਵੀ ਅੰਗਰੇਜ਼ਾਂ ਨੇ ਬਣਾਤਾ। ਜੀ ਇਹ ਤਾਂ ਬਿਲਕੁਲ ਗਲਤ ਹੈ ਜੀ ਕਿਉਂਕਿ ਅੰਗਰੇਜ਼ਾਂ ਨੇ 1935 ਦੇ ਐਕਟ ਦੇ ਅਨੁਸਾਰ ਸਾਰਿਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਜੀ ਵੀ ਤੁਸੀਂ ਆਪਣੀ ਪਾਰਟੀ ਬਣਾਓ, ਆਪਣੇ ਐਮਐਲਏ ਬਣਾਓ, ਨਹੀਂ ਤਾਂ ਵਿਤਕਰਾ ਨਹੀਂ ਕੀਤਾ। ਜੀ ਉਹਨੀ ਤਾਂ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਦਿੱਤਾ। ਜੀ ਇਹ ਤਾਂ ਜਿਸ ਵੇਲੇ 1940 ਦੇ ਵਿੱਚ ਉਹਨੇ ਕਿਹਾ ਸੀ ਵੀ ਅਸੀਂ ਪਾਕਿਸਤਾਨ ਦੀ ਮੰਗ ਕਰਦੇ ਹਾਂ, ਜੀ ਉਹ ਵੀ ਤੁਸੀਂ ਦੇਖੋ ਵੀ ਜਿਹੜਾ ਮੁਹੰਮਦ ਅਲੀ ਜਿਨਾਹ ਵੀ ਉਹ ਵੀ ਪਹਿਲਾਂ ਹਿੰਦੂ ਸੀ। ਜੀ ਫਿਰ ਉਹ ਵੀ ਦਾ ਸੀ। ਹਾਂ ਉਹ ਫਿਰ ਨਾਲੇ ਸੀਗਾ ਉਹ ਕਾਂਗਰਸੀ। ਜੀ ਪਰ ਉਹ ਫਿਰ ਉਹਦੇ ਨਾਲ ਇੱਥੇ ਇੱਕ ਆਇਆ ਸੀਗਾ ਜਲੰਧਰ ਤੋਂ, ਜਿਹੜਾ ਬਲਾਚੌਰ ਪਿੰਡ ਤੋਂ ਇੱਕ ਸਟੂਡੈਂਟ ਸੀ ਕੈਂਬਰਿਜ ਪੜ੍ਹਦਾ। ਜੀ ਉਹਨੇ ਕਿਹਾ ਵੀ ਇਹਨਾਂ ਲੋਕਾਂ ਤੇ ਇਤਬਾਰ ਨਾ ਕਰੋ, ਜੀ ਵੀ ਤੁਸੀਂ ਵੱਖਰਾ ਪਾਕਿਸਤਾਨ ਮੰਗੋ। ਉਹ ਜੀ। ਕੈਂਬਰਿਜ ਦਾ ਸਟੂਡੈਂਟ ਜੀ। ਸੀ, ਉਹਦਾ ਨਾਮ ਰਹਿਮਤ ਅਲੀ ਸੀ। ਜੀ ਯਾਨੀ ਇਸੇ 605 ਦਾ ਇਹਨੇ ਜਵਾਬ ਨਹੀਂ ਦਿੱਤਾ ਔਰ ਸਵੀਕਾਰ ਕਰ ਲਿਆ। ਲੇਕਿਨ ਪ੍ਰਚਾਰ ਤਾਂ ਅੱਜ ਤੱਕ ਹਮੇਸ਼ਾ ਇਹੀ ਕਰਦੇ ਰਹੇ ਕਿ ਅੰਗਰੇਜ਼ ਦੋ ਟੋਟੇ ਕਰ ਨਹੀਂ, ਗਏ। ਬਿਲਕੁਲ ਗਲਤ ਹੈ। ਇਹਨੀ ਤਾਂ ਜਿਹੜੀ ਕੌਂਸਟੀਟਿਊਸ਼ਨ ਅਸੈਂਬਲੀ ਸਾਰੇ ਇੰਡੀਆ ਦੀ ਬਣਾਈ ਸੀ। ਜੀ ਉਹ ਜੋ ਕਲਾਬਾਜ਼ੀਆਂ ਕੀਤੀਆਂ ਉਹ ਵਿਨਾਇਕ ਸਾਵਰਕਰ ਨੇ ਆਰਐਸਐਸ ਦੇ ਕਹਿਣ ਤੇ ਕੀਤੀਆਂ ਔਰ ਗਾਂਧੀ ਤੇ ਕਾਂਗਰਸ ਨੇ ਕੀਤੀਆਂ। ਜੀ ਕਿਉਂਕਿ ਉਹ ਗਾਂਧੀ ਤੁਸੀਂ ਦੇਖੋ ਜਦ ਉਹਨੇ ਮੰਗ ਰਹੇ ਸੀ ਕਿ ਉਹਨਾਂ ਤਾਂ ਕਿਹਾ ਸੀ ਵੀ ਮੈਂ ਮਰ ਜਾਵਾਂਗਾ, ਜੀ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ। ਜੀ ਪਰ ਫਿਰ ਤੁਸੀਂ ਦੇਖੋ ਵੀ ਉਹਨੇ ਹੀ ਜਾਣੀ ਮਤਲਬ ਸਵੀਕਾਰ ਕਰ ਲਿਆ। ਜੀ ਉਹ ਤਾਂ ਜਿੰਦਾ ਰਿਹਾ ਜੀ ਔਰ ਹੁਣ ਬਾਅਦ ਦੇ ਵਿੱਚ ਤਾਂ ਉਹਨੂੰ ਕਿਹਾ ਵੀ ਪਾਕਿਸਤਾਨ ਨੂੰ ਫੰਡ ਦਿਓ, ਜੀ ਵੀ ਉਹ ਤਾਕਤਵਰ ਹੋਣਾ ਚਾਹੀਦਾ। ਜੀ ਇਹ ਤਾਂ ਇੱਕ ਧੋਖੇ ਵਾਲੀ ਗੱਲ ਹੈ ਜੀ ਕਿਉਂਕਿ ਜੋ ਦੇਸ਼ ਦੇ ਨਾਲ ਗਦਾਰੀ ਕੀਤੀ ਉਹ ਕਾਂਗਰਸ ਨੇ ਕੀਤੀ ਔਰ ਆਰਐਸਐਸ ਨੇ ਕੀਤੀ। ਜੀ ਕਿਉਂਕਿ ਇਹ ਮੁਲਕ ਨੂੰ ਜਿਹੜਾ ਇਕੱਠਾ ਰੱਖਣ ਦਾ ਇਹ ਤਾਂ ਬਹੁਤ ਜ਼ਰੂਰੀ ਸੀ। ਜੀ ਪਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਭਾਰਤ ਦੇ ਸੱਚੇ ਦੇਸ਼ ਭਗਤ ਸਨ। ਜੀ ਕਿਉਂਕਿ ਜੋ ਭਾਰਤ ਜੋ ਬਚਿਆ ਜਾ ਕੇ ਉਹ ਸੰਵਿਧਾਨ ਕਰਕੇ ਬਚਿਆ। ਜੀ ਹਾਂਜੀ। ਅੱਛਾ, ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਡਾਕਟਰ ਅੰਬੇਡਕਰ ਨੇ ਕਿਵੇਂ ਯੋਗਦਾਨ ਪਾਇਆ? ਕੀ ਉਹਨਾਂ ਨੂੰ ਸਨਮਾਨ ਮਿਲਿਆ? 370 ਆਰਟੀਕਲ ਬਾਰੇ ਜ਼ਰੂਰ ਜਾਣਕਾਰੀ ਦਿਓ। 26 ਜਨਵਰੀ 1950 ਤੱਕ ਦੀਆਂ ਘਟਨਾਵਾਂ ਦਾ ਹੋਰ ਜਰਾ ਵਰਣਨ ਦੇਖੋ ਕਰੋ। ਜਿਸ ਵੇਲੇ ਪਹਿਲਾਂ ਤਾਂ ਦੇਖੋ ਉਹਨਾਂ ਨੂੰ ਮੁਸ਼ਕਲ ਦੇ ਨਾਲ ਪੂਨਾ ਦੀ ਸੀਟ ਮਿਲੀ। ਜੀ ਜਦੋਂ ਮਿਲੀ ਤਾਂ ਉਹ ਫਿਰ ਸੰਵਿਧਾਨ ਬਣਾਉਣ ਦਾ ਕੰਮ ਸੀ। ਜੀ ਉਹ ਵੀ ਜਵਾਹਰ ਲਾਲ ਨਹਿਰੂ ਨੇ ਅਮਰੀਕਾ ਨੂੰ ਲਿਖਿਆ ਸੀ ਵੀ ਸਾਡੀ ਮਦਦ ਕਰੋ। ਜੀ ਉਹ ਅਮਰੀਕਾ ਦੇ ਸੈਨੇਟਰਾਂ ਨੇ ਕਿਹਾ ਵੀ ਡਾਕਟਰ ਅੰਬੇਡਕਰ ਤਾਂ ਸਭ ਤੋਂ ਪੜ੍ਹਿਆ ਹੈ, ਜੀ ਵੀ ਇਹ ਤਾਂ ਕਿਉਂ ਨਹੀਂ ਕੰਮ ਲੈਂਦੇ। ਜੀ ਤਦੇ ਜਾਣੀ ਸੰਵਿਧਾਨ ਜਿਹੜੀ ਡਰਾਫਟਿੰਗ ਕਮੇਟੀ ਦਾ ਉਹ ਚੇਅਰਮੈਨ ਬਣੇ ਸੀ ਔਰ ਉਹਨੇ ਪੂਰੀ ਇਮਾਨਦਾਰੀ ਦੇ ਨਾਲ ਸੰਵਿਧਾਨ ਦੀ ਰਚਨਾ ਕੀਤੀ। ਜੀ ਪਰ ਬੜੀ ਤਾਂ ਗੱਲ ਆ ਵੀ ਜਿਹੜਾ 370 ਆਰਟੀਕਲ ਆ ਜੀ ਇਹ ਨਹਿਰੂ ਦੇ ਦਿਮਾਗ ਦੀ ਕਾਢ ਸੀ। ਜੀ ਕਿਉਂਕਿ ਨਹਿਰੂ ਨੇ ਕਿਹਾ ਵੀ ਜਿਹੜਾ ਜੰਮੂ ਐਂਡ ਕਸ਼ਮੀਰ ਆ ਵੀ ਇਹ ਤੇ 370 ਆਰਟੀਕਲ ਲਾਗੂ ਹੋਣਾ ਚਾਹੀਦਾ। ਜੀ ਤੁਸੀਂ ਦੇਖੋ ਵੀ ਇੱਕ ਮੁਲਕ ਦੇ ਵਿੱਚ ਇੱਕ ਸੰਵਿਧਾਨ ਚਾਹੀਦਾ, ਜੀ ਇੱਕ ਝੰਡਾ ਚਾਹੀਦਾ। ਹੂੰ ਵੀ ਜੇ ਤੁਸੀਂ ਇੱਕ ਸੂਬੇ ਨੂੰ ਕਹਿੰਦੇ ਵੀ ਤੁਸੀਂ ਆਪਣਾ ਵੱਖਰਾ ਸੰਵਿਧਾਨ ਬਣਾਓ, ਆਪਣਾ ਝੰਡਾ ਵੀ ਰੱਖੋ, ਉਹ ਤਾਂ ਮਸਲਾ ਖੜਾ ਹੁੰਦਾ। ਜੀ ਉਹ ਬਾਬਾ ਸਾਹਿਬ ਨੇ ਕਿਹਾ ਵੀ ਮੈਂ ਇਹ ਆਰਟੀਕਲ ਨਹੀਂ ਲਿਖਣਾ। ਜੀ ਉਹ ਨਹਿਰੂ ਨੇ ਹੋਰ ਬੰਦੇ ਤੋਂ ਲਿਖਾਇਆ, ਗੋਪਾਲਾ ਸਵਾਮੀ ਆਇੰਗਰ ਤੋਂ। ਜੀ ਉਹ ਬਾਬਾ ਸਾਹਿਬ ਨੇ ਲਿਖਿਆ ਹੀ ਨਹੀਂ।
ਜੀ ਫਿਰ- ਕਿਉਂਕਿ ਬਾਹਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਮੈਂ ਤਾਂ ਕਰਕੇ ਤੁਹਾਡੇ ਨਹੀਂ ਕੋਲ ਇਹ ਪਤਾ ਸਵਾਲ ਪਤਾ ਪੁੱਛਿਆ। ਹੋਣਾ ਚਾਹੀਦਾ। ਮੈਂ ਇਸੇ ਕਰਕੇ ਕਿਹਾ ਨਾ ਕਿ ਇਹ ਬਾਅਦ ਦੇ ਵਿੱਚ ਕਿਸੇ ਹੋਰ ਬੰਦੇ ਤੋਂ ਲਿਖਾ ਨਹੀਂ ਕੇ ਨਹੀਂ ਉਸੇ ਟਾਈਮ ਹੀ ਲਿਖਾਇਆ। ਜੈ ਇਹ ਸਾਰੀਆਂ ਘਟਨਾਵਾਂ ਇਹ ਤਾਂ ਪਹਿਲੀਆਂ ਆ। ਜੀ ਕਿਉਂਕਿ ਜਿਹੜੇ ਰਾਜਾਂ ਦਾ ਵਿਲਨ ਹੋਇਆ, ਹਰੇਕ ਰਾਜੇ ਨੂੰ ਇਹ ਦੱਸਿਆ ਗਿਆ ਵੀ ਤੂੰ ਇੰਡੀਆ ਨਾਲ ਸ਼ਾਮਲ ਹੋ ਰਿਹਾ, ਸੰਵਿਧਾਨ ਆ ਆ। ਜੀ ਜਿੰਨੇ ਵੀ ਰਾਜੇ ਆ ਸਾਰਿਆਂ ਨੂੰ ਵੀ ਮੰਨਿਆ ਜੀ ਵੀ ਤੁਹਾਡੇ ਰਾਜ ਦਾ ਧਰਮ ਵੀ ਸੁਰੱਖਿਅਤ ਰਹੂਗਾ। ਇੰਡੀਆ ਇੱਕ ਸੈਕੂਲਰ ਦੇਸ਼ ਹੈ, ਜੀ ਇੱਕ ਮਜ਼ਹਬ ਦਾ ਨਹੀਂ। ਜੀ ਪਰ ਉਹ ਕਸ਼ਮੀਰ ਬਾਰੇ ਜਿਹੜਾ ਉਹ ਨਹਿਰੂ ਨੇ ਸਰੈਂਡਰ ਕੀਤਾ, ਉਹਨੇ ਕਿਹਾ ਵੀ ਤੁਸੀਂ ਦੇਖੋ ਕਸ਼ਮੀਰ ਵੀ ਅਲੱਗ ਕਰ ਦਿੱਤਾ। ਜੀ ਪਾਰਟੀਸ਼ਨ ਕਸ਼ਮੀਰ ਦੀ ਵੀ ਹੋ ਗਈ, ਜਾਣੀ ਉਧਰ ਚਲੇ ਗਿਆ। ਦੂਸਰੇ ਪਾਸੇ 370 ਆਰਟੀਕਲ ਉਹ ਗਲਤੀ ਨਾਲ ਠੁੱਸਿਆ ਗਿਆ। ਜੀ। ਬਾਬਾ ਸਾਹਿਬ ਤਾਂ ਉਹਦਾ ਵਿਰੋਧ ਕਰਦੇ ਸਨ, ਜੀ ਪਰ ਬਾਬਾ ਸਾਹਿਬ ਦਾ ਸਨਮਾਨ ਨਹੀਂ ਕੀਤਾ ਗਿਆ। ਜੀ ਉਹ ਕਿਉਂਕਿ ਨਹਿਰੂ ਉਹਨਾਂ ਨੇ ਨੂੰ ਤਾਂ ਭਾਰਤ ਰਤਨ ਵੀ ਉਹਨਾਂ ਦੇ ਮਰਨ ਤੋਂ ਇੰਨਾ ਚਿਰ ਭਾਰਤ ਬਾਅਦ- ਰਤਨ ਤਾਂ ਮਾਮੂਲੀ ਜਿਹੀ ਗੱਲ ਆ ਵੀ ਉਹ ਨਹਿਰੂ ਨੇ ਇੱਕ ਕਾਰਟੂਨ ਨੂੰ ਪੈਸੇ ਦਿੱਤੇ ਵੀ ਤੂੰ ਕਾਰਟੂਨ ਛਾਪ ਵੀ ਡਾਕਟਰ ਅੰਬੇਦਕਰ ਨੇ ਹੌਲੀ ਹੌਲੀ ਲਿਖਿਆ ਵੀ ਉਹ ਕੱਛਿਪ ਤੇ ਬੈਠਾ ਲਿਖ ਰਿਹਾ ਤਾਂ ਨਹਿਰੂ ਉਹਨੂੰ ਕੁੱਟ ਰਿਹਾ। ਜੀ ਉਹ ਬਹੁਤ ਬਾਬਾ ਸਾਹਿਬ ਦਾ ਅਪਮਾਨ ਸੀ। ਜੀ ਇਸ ਕਰਕੇ ਬਾਬਾ ਸਾਹਿਬ ਨੇ ਆਪਣਾ ਸਾਰਾ ਹੀ ਜਾਣੀ ਮਤਲਬ ਯੋਗਦਾਨ ਇਸ ਕਰਕੇ ਲਾਇਆ ਵੀ ਜਿਹਨਾਂ ਲੋਕਾਂ ਨੂੰ ਮੈਂ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਉਹ ਵੋਟ ਦਾ ਅਧਿਕਾਰ ਲੈ ਕੇ ਭਾਰਤ ਦੇ ਸ਼ਾਸਕ ਬਣ ਸਕਦੇ ਆ। ਜੀ ਕਿਉਂਕਿ ਇਸ ਕਰਕੇ ਜਿਹੜਾ 26 ਨਵੰਬਰ 1949 ਨੂੰ ਸੰਵਿਧਾਨ ਪਾਸ ਹੋਇਆ ਔਰ 26 ਜਨਵਰੀ 1950 ਨੂੰ ਉਹ ਲਾਗੂ ਹੋਇਆ। ਔਰ ਦੂਸਰੀ ਬੜੀ ਖੁਸ਼ੀ ਦੀ ਗੱਲ ਹੈ ਵੀ ਭਾਰਤ ਨੂੰ ਆਪਣਾ ਨਾਮ ਮਿਲਿਆ। ਜੀ ਹਿੰਦੁਸਤਾਨ ਇਹਦਾ ਨਾਂ ਨਹੀਂ, ਜੀ ਭਾਰਤ ਆ। ਜੀ ਇਹਦਾ ਆਪਣਾ ਤਿਰੰਗਾ ਆ ਔਰ ਕੌਮੀ ਨਿਸ਼ਾਨ ਆ ਜਿਹੜਾ। ਜੀ ਹਾਂ ਕਿਉਂਕਿ ਮੈਂ ਇਹ ਜਿਸ ਤਰੀਕੇ ਦੇ ਨਾਲ ਇਹਨੂੰ ਦੋ ਸੈਕਸ਼ਨਾਂ ਦੇ ਵਿੱਚ ਵੰਡਿਆ ਸੀਗਾ, ਜਿਹੜਾ ਅਗਲਾ ਸੈਕਸ਼ਨ ਆ ਉਹ ਅਗਲੇ ਹਫਤੇ ਇੱਥੋਂ ਹੀ ਜਾਣੀ ਕਿ 26 ਜਨਵਰੀ 1950 ਤੋਂ ਲੈ ਕੇ ਅੱਜ ਪ੍ਰੈਜ਼ੈਂਟ ਤੱਕ ਉਹ ਜਿਹੜੀਆਂ ਸਾਰੀਆਂ ਘਟਨਾਵਾਂ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ। ਕਿਉਂਕਿ ਕੱਲ ਜਿਹੜੀ ਸ਼ਹੀਦਾਂ ਦੀ ਅਮਰ ਜੋਤ ਆ, ਕੱਲ 3:30 ਵਜੇ ਉਹ ਜਿਹੜੀ 1971 ਦੇ ਵਿੱਚ ਬੰਗਲਾਦੇਸ਼ ਦੀ ਲੜਾਈ ਲੜੀ ਸੀ, ਉੱਥੇ ਜਿਹੜੇ ਸਾਡੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਇੰਡੀਆ ਗੇਟ ਦੇ ਉੱਤੇ ਉਹ ਬਣਾਈ ਹੋਈ ਸੀ, ਉਹ ਕੱਲ ਬੰਦ ਕਰ ਦਿੱਤੀ ਗਈ ਆ। ਇਹਦੇ ਬਾਰੇ ਤੁਸੀਂ ਦੱਸੋ ਵੀ ਇਹ ਜਿਹੜੀ ਸਾਡੀ ਹਿਸਟਰੀ ਆ, ਇਹ ਹਿਸਟਰੀ ਨੂੰ ਚੇਂਜ ਕਿਉਂ ਕੀਤਾ ਜਾ ਰਿਹਾ, ਇਹਦੇ ਬਾਰੇ ਤੁਸੀਂ ਕੁਝ ਦੇਖੋ। ਜਿਹੜਾ ਮਤਲਬ ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਹਿੰਦੂਤਵ ਸਰਕਾਰ ਆ ਜੀ ਨਰਿੰਦਰ ਮੋਦੀ ਦੀ, ਜੀ ਉਹ ਆਰਐਸਐਸ ਦਾ ਇਹ ਵਿਚਾਰ ਆ ਵੀ ਇਤਿਹਾਸ ਹੋਣਾ ਹੀ ਨਹੀਂ ਚਾਹੀਦਾ, ਜੀ ਵੀ ਇੱਥੇ ਤਾਂ ਹਿੰਦੂਆਂ ਦਾ ਰਾਜ ਹੋਣਾ ਚਾਹੀਦਾ। ਜੀ ਇਹ ਜੋ ਕੁਝ ਆ ਟੈਂਪਰੇਰੀ ਗੱਲਾਂ ਆ, ਜੀ ਕਿਉਂਕਿ ਉਹ ਨਹੀਂ ਤਾਂ ਇਹ ਤਾਂ ਉਹ ਜੋਤੀ ਆ, ਉਹ ਤਾਂ ਕਹਿੰਦੇ ਸੰਵਿਧਾਨ ਹੀ ਨਹੀਂ ਹੋਣਾ ਚਾਹੀਦਾ, ਜੀ ਕਿਉਂਕਿ ਉਹ ਇਤਿਹਾਸ ਨੂੰ ਖਤਮ ਕਰ ਰਿਹਾ ਹੈ। ਜੀ ਤੁਸੀਂ ਦੇਖੋ ਵੀ ਉਹ ਜੋ ਕੁਝ ਕੁਰਬਾਨੀਆਂ ਦਿੱਤੀਆਂ ਉਹ ਸਾਰੇ ਮਜ਼ਹਬਾਂ ਦੇ ਲੋਕਾਂ ਨੇ ਦਿੱਤੀਆਂ, ਜੀ ਸਾਰੇ ਜਿੰਨੇ ਸੂਬੇ ਦੇ ਲੋਕਾਂ ਨੇ ਦਿੱਤੀਆਂ, ਜੀ ਉਹਨਾਂ ਨੂੰ ਤਾਂ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ। ਜੀ ਹੁਣ ਤੁਸੀਂ ਦੇਖੋ ਵੀ ਸ਼ਹੀਦ ਊਧਮ ਸਿੰਘ ਦੀ ਜਿਹੜੀ ਕੁਰਬਾਨੀ ਹੈ ਜੀ ਉਹਨੂੰ ਕੋਈ ਭੁਲਾ ਸਕਦਾ, ਹੂੰ ਪਰ ਇਹ ਕਦੇ ਉਹਦਾ ਨਾਂ ਨਹੀਂ ਲੈਂਦੇ। ਜੀ ਇਹ ਹੋ ਰਹੇ ਆਪਣੇ ਜਿਹੜੇ ਮਤਲਬ ਜੋ ਵੀ ਹੈਗੇ ਆ ਮਿਥਾਸ ਦੇ ਨਾਲ ਜੁੜੀਆਂ ਗੱਲਾਂ, ਜੀ ਉਹਨੂੰ ਹੀ ਅੱਗੇ ਲਿਆਉਂਦੇ ਆ। ਜੀ ਪਰ ਬੜੀ ਤਾਂ ਗੱਲ ਆ ਵੀ 26 ਜਨਵਰੀ 1950 ਜਿਹੜਾ ਦਿਨ ਹੈਗਾ, ਉਹ ਸਾਰੇ ਉੱਤੇ ਸਹੁੰ ਚੁੱਕਦੇ ਆ ਜੀ ਵੀ ਗਾਂ ਅਸੀਂ ਇੱਥੇ ਚੱਲਣਾ, ਜੀ ਪਰ ਆ ਜਿਹੜਾ ਕੰਮ ਕੀਤਾ ਉਹ ਇਹ ਤੋਂ ਉਲਟ ਕੀਤਾ। ਬਿਲਕੁਲ ਇਹੀ ਗੱਲ ਆ ਨਾ। ਜਦੋਂ ਤਾਂ ਐਮਐਲਏ ਐਮਪੀ ਬਣਦੇ ਆ ਉਦੋਂ ਕਸਮ ਖਾਂਦੇ ਆ ਕਿ ਮੈਂ ਸੰਵਿਧਾਨ ਦੀ ਕਸਮ ਖਾਨਾ ਕਿ ਜੋ ਕੁਝ ਸੰਵਿਧਾਨ ਦਾ ਪ੍ਰੋਟੋਕੋਲ ਆ ਉਸ ਦੇ ਹਿਸਾਬ ਦੇ ਨਾਲ ਮੈਂ ਚੱਲਾਂਗਾ, ਉਹ ਕੰਮ ਕਰਾਂਗਾ। ਤੇ ਲੇਕਿਨ ਜਦੋਂ ਫਿਰ ਪਾਵਰ 'ਚ ਆ ਜਾਂਦੇ ਆ ਫਿਰ ਸੰਵਿਧਾਨ ਨਹੀਂ ਉਹ ਤਾਂ ਦੇਖੋ ਆਮ ਬੰਦਿਆਂ ਦੀ ਗੱਲ, ਈਵਨ ਜਿਹੜਾ ਜਵਾਹਰ ਲਾਲ ਨਹਿਰੂ ਸੀ, ਜੀ ਜਵਾਹਰ ਲਾਲ ਨਹਿਰੂ ਨੇ ਕੌਂਸਟੀਚੁਐਂਟ ਅਸੈਂਬਲੀ ਦੇ ਵਿੱਚ ਪਾਸ ਹੋਇਆ ਜੀ ਵੀ ਇੰਡੀਆ ਇੱਕ ਸੈਕੂਲਰ ਮੁਲਕ ਹੈ, ਜੀ ਪਰ ਉਹਦੀਆਂ ਧੱਜੀਆਂ ਉਡਾਈਆਂ, ਜੀ ਕਿਉਂਕਿ ਉਹਨੂੰ ਮਦ ਖੁਦ ਜਾਣੀ ਬ੍ਰਾਹਮਣਾਂ ਦੇ ਜੱਗ ਦੇ ਵਿੱਚ ਗਿਆ। ਜੀ ਔਰ ਰਜਿੰਦਰ ਪ੍ਰਸਾਦ ਨੂੰ ਤੁਸੀਂ ਦੇਖੋ ਵੀ ਉਹਨੇ ਆਪ ਭੇਜਿਆ ਵੀ ਜਗਨਨਾਥਪੁਰੀ ਜਾ ਕੇ ਮੱਥਾ ਟੇਕ ਕੇ ਆਵੇ। ਜੀ
ਇਹ ਤਾਂ ਫਿਰ ਸੈਕੂਲਰ ਅੱਛਾ ਇੱਕ ਮਿੰਟ, ਇਹ ਕੁਝ ਇੱਕ ਹੋਰ ਫੋਨ ਆਏ ਹਨ, ਮੈਂ ਉਹਨਾਂ ਨੂੰ ਜ਼ਰੂਰ ਐਡ ਕਰਾਂਗਾ। ਗੁਰਪ੍ਰੀਤ ਬਾਂਸੀ ਹੈਪੀ ਬਰਥਡੇ ਮਦਨ ਸਰੋਏ ਜੀ ਉਹਨਾਂ ਨੂੰ ਕਹਿ ਰਹੇ ਨੇ। ਬਲਦੇਵ ਰਾਜ ਰਾਲ ਫੈਂਟੈਸਟਿਕ ਪ੍ਰੋਗਰਾਮ। ਚਮਨ ਬਿਰਦੀ ਆਸ਼ਾ ਬਿਰਦੀ ਬ੍ਰਿਲੀਅੰਟ ਪ੍ਰੋਗਰਾਮ। ਗੁਰਪ੍ਰੀਤ ਬਾਂਸੀ ਫੈਂਟੈਸਟਿਕ ਪ੍ਰੋਗਰਾਮ 2 ਵਾਰੀ ਲੈ ਕੇ ਭੇਜਤਾ। ਪ੍ਰੇਮ ਮਾਨ ਹੈਪੀ ਬਰਥਡੇ ਮਦਨ ਸਰੋਏ। ਹਰੀ ਚਾਵਲਾ ਧਰਮਪਾਲ ਨਾਰ ਫੈਂਟੈਸਟਿਕ ਪ੍ਰੋਗਰਾਮ ਹੈਪੀ ਬਰਥਡੇ ਮਦਨ ਸਰੋਏ। ਮਿੰਦੋ ਰਤੂ ਵੈਲਕਮ ਯੂ ਬੋਥ। ਸ਼ਾਨਾ ਸਲੀਮ ਮੈਂ ਸਾਰੀ ਜ਼ਿੰਦਗੀ ਵਿੱਚ ਇਹੋ ਜਿਹਾ ਜਾਣਕਾਰੀ ਭਰਪੂਰ ਪ੍ਰੋਗਰਾਮ ਨਹੀਂ ਦੇਖਿਆ, ਮੈਂ ਬੇਸ਼ੱਕ ਪਾਕਿਸਤਾਨ ਤੋਂ ਹਾਂ, ਤੁਹਾਡਾ ਪ੍ਰੋਗਰਾਮ ਜ਼ਰੂਰ ਦੇਖੂੰਗੀ। ਭੈਣ ਥੈਂਕ ਯੂ ਵੈਰੀ ਮੱਚ। ਤੁਸੀਂ ਪਾਕਿਸਤਾਨ, ਇੰਡੀਆ, ਬੰਗਲਾਦੇਸ਼ ਸਭ ਇੱਕੋ ਹੀ ਦੇਸ਼ ਸੀਗਾ, ਲੇਕਿਨ ਸਾਡਾ ਇਹ 3 ਦੇਸ਼ ਬਣ ਗਏ, ਲੇਕਿਨ ਸਾਡਾ ਜਿਹੜਾ ਵਿਚਾਰ ਆ, ਭਾਈਚਾਰਾ ਆ, ਉਹ ਤਾਂ ਸਾਰਿਆਂ ਦਾ ਇੱਕ ਹੀ ਹੈ। ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਕਿ ਤੁਸੀਂ ਸਾਡੇ ਵਿਊ ਸੁਣ ਕੇ ਸਾਨੂੰ ਅਪਰੀਸ਼ੀਏਟ ਕੀਤਾ। ਥੈਂਕ ਯੂ ਵੈਰੀ ਮੱਚ। ਕੁਲਵੰਤ ਸਿੰਘ ਫੈਂਟੈਸਟਿਕ ਪ੍ਰੋਗਰਾਮ ਨੈਵਰ ਸੀਨ ਬਿਫੋਰ। ਥੈਂਕ ਯੂ ਵੈਰੀ ਮੱਚ ਕੁਲਵੰਤ ਸਿੰਘ ਜੀ। ਇਸੇ ਤਰ੍ਹਾਂ ਜੇਕਰ ਤੁਸੀਂ ਸਾਡਾ ਹੌਸਲਾ ਵਧਾਉਂਦੇ ਰਹਾਂਗੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ, ਜੇ ਹਿਸਟਰੀ ਦੀ ਜੋ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਰਹੀਏ। ਪ੍ਰਬੋਧ ਚੌਹਾਨ, ਅਨੀਤਾ ਚੌਹਾਨ ਵੈਲ ਡਨ, ਗਲੈਡ ਟੂ ਸੀ ਯੂ, ਥੈਂਕ ਯੂ ਵੈਰੀ ਮੱਚ। ਚਮਨ ਆਸ਼ਾ ਬਿਰਦੀ ਹੈਪੀ ਬਰਥਡੇ, ਗੁੱਡ ਪ੍ਰੋਗਰਾਮ। ਅਸੀਂ ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਚੌਹਾਨ ਸਾਹਿਬ ਮਿੰਟ ਆਪਣੇ ਕੋਲ ਇੱਕੋ ਹੀ ਆ। ਮੈਂ ਪਹਿਲੀ ਵਾਰੀ ਹੋਇਆ ਕਿ ਜਿੰਨੇ ਸਵਾਲ ਬਣਾਏ ਸੀਗੇ ਉਹਨਾਂ ਦਾ ਪੂਰਿਆਂ ਦਾ ਮੈਂ ਤੁਹਾਡੇ ਕੋਲੋਂ ਜਵਾਬ ਮੰਗਿਆ, ਨਹੀਂ ਤਾਂ ਹਮੇਸ਼ਾ ਮੇਰੇ ਜਿਹੜੇ ਸਵਾਲ ਆ ਉਹ ਬਣਾਏ ਹੋਏ ਰਹਿ ਜਾਂਦੇ ਸੀ, ਲੇਕਿਨ ਪ੍ਰੋਗਰਾਮ ਜਿਹੜਾ ਟਾਈਮ ਖਤਮ ਹੋ ਜਾਂਦਾ ਸੀ ਔਰ ਪ੍ਰੋਗਰਾਮ ਪੂਰਾ ਨਹੀਂ ਸੀ ਹੁੰਦਾ। ਮੇਰੇ ਅਗਲੇ ਪ੍ਰੋਗਰਾਮ ਲਈ ਸਾਰੇ ਸਵਾਲ ਬਣਾਏ ਹੋਏ ਹਨ, ਉਸ ਨੂੰ ਮੈਂ ਸਿਰਫ ਅਗਲੇ ਸੰਡੇ ਤੱਕ ਹੀ ਰੱਖਣਾ ਚਾਹੁੰਦਾ। ਮੈਨੂੰ ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਬਹੁਤ ਸਾਰੇ ਸਾਥੀ ਜਿਹੜੇ ਆ ਉਹ ਟੈਲੀਫੋਨ ਕਰਦੇ ਸੀ ਕਿ ਮੁੜ ਕੇ ਪ੍ਰੋਗਰਾਮ ਦਿਆ ਕਰੋ, ਸ਼ੁਰੂ ਕਰਿਆ ਕਰੋ। ਅੱਜ ਦੇ ਪ੍ਰੋਗਰਾਮ ਦੀ ਸੇਵਾ ਜੋ ਹੈ ਉਹ ਮਦਨ ਸਰੋਏ ਜੀ ਨੇ ਲਈ ਹੋਈ ਸੀ। ਹੁਣ ਤੁਹਾਡੇ 'ਚੋਂ ਕੋਈ ਨਾ ਕੋਈ ਮੈਨੂੰ ਅਗਲਾ ਪ੍ਰੋਗਰਾਮ ਦੇਣ ਤੋਂ ਪਹਿਲਾਂ ਉਸ ਦੀ ਸੇਵਾ ਜਿਹੜੀ ਆ ਤੁਹਾਨੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਲੈਣੀ ਚਾਹੀਦੀ ਆ, ਤਾਂ ਕਿ ਮੈਨੂੰ ਵੀ ਇਸ ਚੀਜ਼ ਦਾ ਹੌਸਲਾ ਹੋਵੇ। ਜੇਕਰ ਤੁਸੀਂ ਮੈਨੂੰ ਪ੍ਰੋਗਰਾਮ ਦੇਣ ਲਈ ਕਹਿੰਦੇ ਹੋ ਤਾਂ ਉਹਦੇ ਲਈ ਸਪੋਰਟ ਵੀ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਲੋਟਸ ਟੈਲੀਵਿਜ਼ਨ ਚੱਲਦਾ ਹੈ। ਟਾਈਮ ਖਤਮ ਹੋ ਗਿਆ। ਨਮੋ ਬੁੱਧਾ, ਜੈ ਭੀਮ।